ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਬਰੁਣ ਕੌਰ ਮਾਨ। ਪ੍ਰੋਗਰਾਮ ਪੰਜਾਬ ਅਬਰੋਡ ਸਟੂਡੀਓ ਵਿੱਚ ਪਹੁੰਚੇ ਨੇ ਅਰਵਿੰਦਰਪਾਲ ਸਿੰਘ ਜੀ, ਜੋ ਕਿ ਰਾਇਲ ਟਰੈਵਲਸ ਤੋਂ ਨੇ। ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਜੀ। ਔਰ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੰਜਾਬੀਆਂ ਦਾ ਚਹੇਤਾ ਕੈਨੇਡਾ, ਇਸ ਤੋਂ ਸ਼ੁਰੂਆਤ ਕਰਦੇ ਹਾਂ। ਕੀ ਲੇਟੈਸਟ ਅਪਡੇਟ ਆ ਰਹੀ ਹੈ ਕੈਨੇਡਾ ਤੋਂ? ਨॉन ਐਸੈਂਸ਼ੀਅਲ ਟਰੈਵਲ ਬੇਸਿਕਲੀ ਕੈਨੇਡਾ ਲਈ ਸ਼ੁਰੂ ਹੋ ਗਿਆ ਹੈ ਔਰ ਉਹਦਾ ਮਤਲਬ ਇਹ ਹੈ ਕਿ ਕੈਨੇਡਾ ਐਮਬੈਸੀਜ਼ ਨੇ ਪ੍ਰਾਇੋਰਟਾਈਜ਼ ਕੀਤਾ ਹੋਇਆ ਸੀ ਕਿ ਸਟੂਡੈਂਟਸ ਖੈਰ ਬੜੇ ਲੰਬੇ ਸਮੇਂ ਤੋਂ ਜਾ ਰਹੇ ਆ ਜੀ, ਹਾਲਾਂਕਿ ਉਹਨਾਂ ਲਈ ਡਾਇਰੈਕਟ ਰੂਟਸ ਸ਼ੁਰੂ ਨਹੀਂ ਹੋਏ। ਡਾਇਰੈਕਟ ਰੂਟਸ ਵੀ ਸੈਪਟੰਬਰ ਦੇ ਐਂਡ ਤੱਕ ਤੁਹਾਨੂੰ ਮਿਲਣਗੇ ਜਿਹੜੇ ਜਾਣ ਵਾਲੇ। ਸੋ ਸਟੂਡੈਂਟਸ ਇਨਡਾਇਰੈਕਟ ਰੂਟਸ ਤੋਂ ਅਲੱਗ-ਅਲੱਗ ਕੰਟਰੀਜ਼ ਤੋਂ ਹੋ ਕੇ ਜਾ ਰਹੇ ਆ ਔਰ ਬਹੁਤ ਸਾਰੇ ਪੈਸੇ 2.5-3 ਲੱਖ ਰੁਪਏ ਤੱਕ ਇੱਕ ਸਟੂਡੈਂਟ ਸਪੈਂਡ ਕਰਕੇ ਜਾ ਰਿਹਾ। ਖੈਰ ਇਹਦੀ ਵੀ ਪਰਵਾਹ ਨਹੀਂ ਕਰ ਰਹੇ, ਬਟ ਹੁਣ ਜਿਹੜੀਆਂ ਇਨਡਾਇਰੈਕਟ ਰੂਟਸ ਨੇ ਇਹ ਇਲੀਗਲ ਨਹੀਂ ਹੈਗਾ, ਬਟ ਮਨੀ ਜ਼ਰੂਰ ਕੰਜ਼ਿਊਮ ਕਰਦਾ ਹੈ। ਪਰ ਇਹਦੇ ਨਾਲ ਇੱਕ ਹੁਣ ਚੰਗੀ ਖਬਰ ਇਹ ਹੈ ਕਿ ਜਿਹੜੀਆਂ ਸਟੂਡੈਂਟਸ ਦੇ ਨਾਲ ਅੰਬੈਸੀ ਨੇ ਅੱਗੇ ਐਂਡੋਰਸ ਕੀਤਾ ਹੁੰਦਾ ਸੀ ਕਈ ਵਾਰੀ ਫੈਮਲੀਜ਼ ਛੱਡਣ ਜਾਂਦੀਆਂ ਸੀ, ਚਲੋ ਬੱਚੇ ਨੂੰ ਜਾ ਕੇ ਸੈਟਲ ਕਰ ਆਈਏ ਅਗਰ ਸਟੂਡੈਂਟ ਕੈਨੇਡਾ ਜਾ ਰਿਹਾ, ਤੇ ਉਹਦੇ ਉੱਪਰ ਅੱਗੇ ਵਾਰਨਿੰਗ ਸੀ ਕਿ ਤੁਸੀਂ ਨਾਲ ਨਹੀਂ ਜਾ ਸਕਦੇ ਜੀ। ਸੋ ਕਿਸੇ ਵੀ ਤਰੀਕੇ ਦਾ ਜਿਹੜਾ ਨॉन ਐਸੈਂਸ਼ੀਅਲ ਟਰੈਵਲ ਆ ਉਹ ਅਲਾਉਡ ਨਹੀਂ ਸੀ। ਸੋ ਫਾਈਨਲੀ ਅੰਬੈਸੀ ਨੇ ਰਿਲੀਫ ਦਿੱਤੀ ਆ ਹੁਣ ਕਿ IRCC ਨੇ ਅਲਾਉ ਕਰਦਾ ਕਿ ਈਵਨ ਤੁਸੀਂ ਨॉन ਐਸੈਂਸ਼ੀਅਲ ਟਰੈਵਲਰਸ ਨੇ ਉਹ ਹੁਣ ਕੈਨੇਡਾ ਜਾ ਸਕਦੇ ਆ। ਔਰ ਇਹਦੇ ਨਾਲ ਸਭ ਤੋਂ ਵੱਡੀ ਅਪਡੇਟ ਇਹ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਸੀ, ਬਹੁਤ ਸਾਰੇ ਲਾਈਕ ਸਾਡੇ ਵਿਊਅਰਸ ਨੂੰ ਲੱਗਦਾ ਸੀ ਕਿ ਕੈਨੇਡਾ ਦਾ ਜਿਹੜਾ ਟੂਰਿਸਟ ਵੀਜ਼ਾ ਉਹ ਹਾਲੇ ਅਪਲਾਈ ਨਹੀਂ ਕਰ ਸਕਦੇ। ਇਹ ਮਿਥ ਹੈ। ਸਾਡੇ ਕੋਲ 2 ਅਗਸਤ ਤੋਂ ਵੀਜ਼ਾਸ ਜਿਹੜੇ ਟੂਰਿਸਟ ਵੀਜ਼ਾਸ ਆਉਣੇ ਸ਼ੁਰੂ ਹੋਏ ਆ। ਮੀਨਸ ਪਹਿਲਾ ਲਾਕਡਾਊਨ ਤੋਂ ਬਾਅਦ ਅਸੀਂ 2 ਅਗਸਤ ਦਾ ਵੀਜ਼ਾ ਲਿਆ ਸੀ। ਸੋ ਉਸ ਤੋਂ ਬਾਅਦ ਲਗਾਤਾਰ ਤੁਸੀਂ ਟੂਰਿਸਟ ਵੀਜ਼ਾ ਦੀਆਂ ਐਪਲੀਕੇਸ਼ਨਸ ਵੀ ਪਾ ਸਕਦੇ ਹੋ, ਉਹਦੇ ਵਿੱਚ ਵੀ ਕੋਈ ਮਨਾਹੀ ਨਹੀਂ ਹੈਗੀ। ਤੇ ਬੱਚਿਆਂ ਦੇ ਰਿਜ਼ਲਟ ਵੀ ਰੁਕੇ ਹੋਏ ਸੀ, ਹੁਣ ਉਹ ਵੀ ਸ਼ੁਰੂ ਹੋ ਗਏ ਆ। ਹਾਂ, ਕੈਨੇਡਾ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਕਿਊਬੈਕ ਨੂੰ ਲੈ ਕੇ ਰਿਜ਼ਲਟ ਰੁਕੇ ਹੋਏ ਸੀ। ਕਿਊਬੈਕ ਦੇ 10 ਕਾਲਜ ਸੀ, ਉਹਨਾਂ ਦੇ ਵਿੱਚ ਬਹੁਤ ਮਸਲੇ ਸੀਗੇ ਔਰ ਇਹ ਬੇਸਿਕਲੀ ਡੈਲੀਬਰੇਟਲੀ ਕੀਤਾ ਗਿਆ ਬਿਕੋਜ਼ ਸਟੂਡੈਂਟਸ ਸਾਡੇ ਵਰਡ ਨੇ, ਪੇਰੈਂਟਸ ਵਰਡ ਨੇ ਕਿ ਬੱਚਿਆਂ ਦੇ ਜਿਹੜੇ ਰਿਜ਼ਲਟ ਆ ਨਹੀਂ ਰਹੇ। ਉਹ ਸ਼ਾਇਦ ਇਹਦੇ ਵਿੱਚ ਪ੍ਰੋਬਲਮਸ ਲੱਭ ਰਹੇ ਸੀਗੇ ਕਿ ਅਲਟੀਮੇਟਲੀ ਕਿਤੇ ਨਾ ਕਿਤੇ ਕੋਈ ਪ੍ਰੋਫਾਈਲ ਮਾੜੇ ਨੇ ਜਾਂ ਜੋ ਕਾਲਜ ਮਾੜੇ ਨੇ। ਸੋ ਦੋਸਤੋ, ਇਹਦੇ ਵਿੱਚ ਜਾਣਨ ਵਾਲੀ ਜਾਣਕਾਰੀ ਇਹ ਹੈ ਕਿ ਕੈਨੇਡਾ ਚਾਹੁੰਦਾ ਹੈ ਕਿ ਜਿੰਨੇ ਵੀ ਸਟੂਡੈਂਟਸ ਨੇ ਕੈਨੇਡਾ ਆਉਣ ਜੀ, ਉਹ ਸਾਰੇ ਸਕੈਟਰਡ ਹੋਣ, ਉਹ ਅਲੱਗ-ਅਲੱਗ ਲੋਕੇਸ਼ਨਸ ਤੇ ਜਾਣ। ਪਰ ਪਿਛਲੇ ਕੁਝ ਸਮੇਂ ਤੋਂ ਮਾਰਕੀਟਿੰਗ ਇਸ ਤਰੀਕੇ ਦੀ ਹੋਈ ਕਿ ਕੈਨੇਡਾ ਦੇ ਕਿਊਬੈਕ ਨੂੰ ਬਹੁਤ ਜ਼ਿਆਦਾ ਪ੍ਰਮੋਟ ਕੀਤਾ ਗਿਆ ਜੀ। ਉਹਦਾ ਕਾਰਨ ਵੀ ਸੀ ਕਿ ਉੱਥੇ ਵਰਕ ਪਰਮਿਟ ਸੀ ਔਰ ਫੀਸਾਂ ਘੱਟ ਸੀ। ਸੋ ਬਹੁਤ ਸਾਰੇ ਸਟੂਡੈਂਟਸ ਦੀ ਜਿਹੜੀ ਪਹਿਲੀ ਪਸੰਦ ਆ ਉਹ ਕਿਊਬੈਕ ਰਹਿ ਗਿਆ। ਸੋ ਇਹ ਹੋ ਗਿਆ ਕਿ 3-4 ਦੇ ਸਾਲ ਦੇ ਜਿਹੜਾ ਮੇਨ ਡੈਸਟੀਨੇਸ਼ਨ ਆ ਉਹ ਕਿਊਬੈਕ ਬਣ ਗਿਆ। ਮੌਂਟਰੀਅਲ ਦੇ ਕਾਲਜਸ ਬਣ ਗਏ। ਕਾਲਜਸ ਛੋਟੇ ਨੇ, ਪ੍ਰਾਈਵੇਟ ਨੇ, ਬਟ ਅਲਟੀਮੇਟਲੀ ਜਿਹੜੀ ਫੈਡਰਲ ਗਵਰਨਮੈਂਟ ਆ ਉਹ ਕਿਊਬੈਕ ਦੇ ਰਿਜ਼ਲਟਸ ਡਿਲੇ ਕਰਤੇ ਔਰ ਡਿਲੇ ਵੀ ਇੰਨੇ ਕੁ ਕਰਦੇ ਕਿ ਮਤਲਬ ਸਾਲ 1.5 ਸਾਲ ਤੋਂ ਬੱਚਿਆਂ ਦੇ ਰਿਜ਼ਲਟ ਨਹੀਂ ਆ ਰਹੇ। ਔਰ ਇਹਦੇ ਪਿੱਛੇ ਮੇਨ ਭਾਵਨਾ ਇਹ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਟੂਡੈਂਟਸ ਨੂੰ ਥੋੜਾ ਬਹੁਤ ਡਿਸਕਰੇਜ ਕੀਤਾ ਜਾਵੇ ਕਿ ਇੰਨੀਆਂ ਜ਼ਿਆਦੀਆਂ ਤਾਦਾਦ ਦੀਆਂ ਐਪਲੀਕੇਸ਼ਨਸ ਇੱਕੋ ਜਗ੍ਹਾ ਤੇ ਲਾਉਣ ਤੋਂ ਸਟੂਡੈਂਟਸ, ਏਜੰਟਸ, ਕਾਲਜਸ ਗੁਰੇਜ਼ ਕਰਨ ਜੀ। ਸੋ ਕੈਨੇਡਾ ਦੀ ਉਹੀ ਫੈਡਰਲ ਪਾਲਿਸੀ ਹੈ ਕਿ ਕੈਨੇਡਾ ਦੀ ਵਿਨ ਸਿਚੁਏਸ਼ਨ ਆ। ਸਾਡੇ ਸਟੂਡੈਂਟਸ ਨਾਲ ਕੈਨੇਡਾ ਦਾ ਚੰਗਾ ਸਾਥ ਹੈ, ਕੈਨੇਡਾ ਦੀ ਗਰੋਥ ਚੰਗੀ ਹੈ ਜੀ, ਬਟ ਕੈਨੇਡਾ ਕੈਨੇਡਾ ਦੀ ਗਰੋਥ ਚਾਹੁੰਦਾ, ਇਕੱਲੇ ਕਿਊਬੈਕ ਦੀ ਗਰੋਥ ਨਹੀਂ ਚਾਹੁੰਦਾ। ਸੋ ਇਹੀ ਟ੍ਰੈਂਡ ਪਿਛਲੇ ਸਮੇਂ ਦੇ ਵਿੱਚ ਕੱਲਾ ਬਰੈਂਪਟਨ ਦੇ ਕਾਲਜਸ ਦਾ ਸੀਗਾ। ਸੋ ਇੱਕ ਸਮਾਂ ਸੀ ਕਿ ਬਰੈਂਪਟਨ ਦੇ ਹੀ ਕਾਲਜ ਇਕੱਲੇ ਪ੍ਰਮੋਟ ਹੁੰਦੇ ਸੀ ਜੀ, ਔਰ ਕਿਉਂਕਿ ਸਾਡੀ ਕਮਿਊਨਿਟੀ ਉੱਥੇ ਹੈ, ਫਿਰ ਸਰੀ ਦੇ ਕਾਲਜਸ ਔਰ ਉਸ ਤੋਂ ਬਾਅਦ ਮੌਂਟਰੀਅਲ ਦੇ ਕਾਲਜਸ। ਸੋ ਕੈਨੇਡਾ ਨੇ ਇੱਕ ਸਟਰੋਂਗ ਮੈਸੇਜ ਦਿੱਤਾ ਕਿ ਸਟੂਡੈਂਟਸ ਦੀ ਰਿਕੁਆਇਰਮੈਂਟ ਹੈਗੀ ਆ, ਸਟੂਡੈਂਟਸ ਅੱਜ ਵੀ ਚਾਹੀਦੇ ਨੇ, ਪਰ ਉਹ ਪੂਰੇ ਕੈਨੇਡਾ 'ਚ ਚਾਹੀਦੇ ਆ, ਉਹ ਇੱਕੋ ਜਗ੍ਹਾ ਸੈਂਟਰਲਾਈਜ਼ਡ ਨਹੀਂ ਚਾਹੀਦੇ। ਸੋ ਆਬਵੀਅਸਲੀ ਫਿਊਚਰ ਦੇ ਵਿੱਚ ਏਜੰਟਸ, ਕੰਸਲਟੈਂਟਸ, ਪੇਰੈਂਟਸ ਤੇ ਸਟੂਡੈਂਟਸ ਇਸ ਗੱਲ ਦਾ ਖਾਸ ਖਿਆਲ ਰੱਖਣਗੇ ਕਿ ਪੂਰੇ ਕੈਨੇਡਾ ਦੇ ਸਾਰੇ ਕਾਲਜਸ ਨੂੰ ਹੀ ਆਪਟ ਕਰਨਗੇ। ਥੋੜੀ ਉਮੀਦ ਦੀ ਕਿਰਨ ਜਾਗਣੀ ਸ਼ੁਰੂ ਹੋਈ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਟੂਰਿਸਟ ਵੀਜ਼ਾ ਹੋਣਗੇ ਉਹਨਾਂ ਦੇ ਲਈ ਕੀ ਉਮੀਦ ਲੱਗਦੀ ਹੈ? ਟੂਰਿਸਟ ਵੀਜ਼ਾ ਕੈਨੇਡਾ ਨੇ ਅਸਲ 'ਚ ਕਦੇ ਬੰਦ ਨਹੀਂ ਕੀਤੇ। ਇਹ ਸਿਰਫ ਸਾਨੂੰ ਲੱਗਦਾ ਹੈ ਕਿ ਕੈਨੇਡਾ ਨੇ ਟੂਰਿਸਟ ਵੀਜ਼ਾਸ ਬੰਦ ਕੀਤੇ ਆ। ਹਾਂ, ਹੁਣ ਟੂਰਿਸਟ ਵੀਜ਼ਾ ਜਿਹੜੇ ਟੂਰਿਜ਼ਮ ਕੈਟਾਗਰੀ ਦੇ ਨੇ, ਕਿ ਜਿਹੜੇ ਉਹ ਲੋਕ ਜਿੱਦਾਂ ਤੁਸੀਂ ਅਖਬਾਰਾਂ ਦੀ ਐਡ ਵੇਖਦੇ ਹੋ ਕਿ ਤੁਸੀਂ ਉੱਥੇ ਜੀ ਖੇਤੀਬਾੜੀ ਦਾ ਇੱਕ ਕੋਈ ਐਕਸਪੋ ਹੋਣ ਲੱਗਾ, ਉਹਦੇ ਉੱਪਰ ਆ ਜਾਓ ਜੀ, ਤੁਸੀਂ ਨਿਆਗਰਾ ਫਾਲ ਵੇਖਣ ਆ ਜਾਓ ਜੀ। ਇਹ ਐਪਲੀਕੇਸ਼ਨਸ ਦੇ ਉੱਪਰ ਹਾਲੇ ਵੀ ਐਪਲੀਕੇਟਸ ਨੂੰ ਸੋਚਣਾ ਪਊਗਾ। ਸੋ ਕੈਨੇਡਾ ਦੀ ਜਿਹੜੀ ਸਰਕਾਰੀ ਏਜੰਸੀ ਹੈ ਉਹਦਾ ਨਾਮ ਹੈਗਾ CTC, ਕੈਨੇਡੀਅਨ ਟੂਰਿਜ਼ਮ ਕਮਿਸ਼ਨ ਜੀ। CTC ਦਾ ਮੰਨਣਾ ਇਹ ਹੈ ਕਿ ਕੈਨੇਡਾ ਟੂਰਿਜ਼ਮ ਡੈਸਟੀਨੇਸ਼ਨ ਨਹੀਂ ਹੈਗਾ। ਸੋ ਨਿਆਗਰਾ ਫਾਲਸ ਤੋਂ ਇਲਾਵਾ ਬਹੁਤ ਸਾਰੀਆਂ ਉੱਥੇ ਵੇਖਣ ਵਾਲੀਆਂ ਜਗ੍ਹਾ ਨਹੀਂ ਹੈਗੀਆਂ। ਸੋ ਜਦੋਂ ਸਾਡੇ ਐਪਲੀਕੈਂਟਸ ਬਹਾਨੇ ਬਣਾ ਕੇ ਮੀਨਸ ਟੂਰਿਜ਼ਮ ਦੀਆਂ ਐਪਲੀਕੇਸ਼ਨਸ ਲਾਉਂਦੇ ਆ, ਉਹਨਾਂ 'ਚ ਨਿਰਾਸ਼ਾ ਮਿਲੇਗੀ। ਸੋ ਇਨਸਟੈਡ ਆਫ ਦੈਟ, ਅਗਰ ਤੁਸੀਂ ਬੱਚਿਆਂ ਨੂੰ ਮਿਲਣ ਜਾਓ,
ਫੈਮਲੀਜ਼ ਨੂੰ ਮਿਲਣ ਜਾਓ। ਸੋ ਅਗਰ ਸਟੂਡੈਂਟ ਉੱਥੇ ਸਟੂਡੈਂਟ ਦੇ ਪੇਰੈਂਟਸ ਅਪਲਾਈ ਕਰਨ, ਸੋ ਜਿਹੜੇ ਫੈਮਿਲੀ ਬੌਂਡਿੰਗ ਵਾਲੀਆਂ ਐਪਲੀਕੇਸ਼ਨਸ ਆ ਉਹ ਕੈਨੇਡਾ 'ਚ ਨਾ ਕਦੀ ਰੁਕਣਗੀਆਂ ਔਰ ਉਹ ਹਮੇਸ਼ਾ ਕੈਨੇਡਾ ਦੀ ਪ੍ਰਾਇੋਰਟੀ ਰਹੇਗੀ। ਬਿਕੋਜ਼ ਕੈਨੇਡਾ ਦੀ ਜਿਹੜਾ ਕਲਚਰ ਆ, ਕੈਨੇਡਾ ਦੀ ਜਿਹੜੀ ਗਰੋਥ ਹੈ ਉਹ ਫੈਮਿਲੀ ਬੌਂਡਿੰਗ ਕਰਕੇ ਆ ਜੀ। ਸੋ ਕੈਨੇਡਾ ਨੂੰ ਅਸੀਂ ਜਾਣਦੇ ਹਮੇਸ਼ਾ ਬਾਈ 1 ਗੈਟ 1 ਵੀਜ਼ਾ ਵਾਲੀ ਕੈਟਾਗਰੀ 'ਚ ਜਾਣਦੇ ਆ, ਉਹ ਫੈਮਲੀਜ਼ ਕੈਟਾਗਰੀਜ਼ ਤੋਂ ਜਾਣਦੇ ਆ ਕਿ ਪਰਿਵਾਰ ਦਾ ਇੱਕ ਜੀ ਚੱਲ ਜਾਵੇ, ਹੌਲੀ ਹੌਲੀ ਤੁਸੀਂ ਵੇਖੋਗੇ ਸਾਰੇ ਟੱਬਰ ਦੇ ਵੀਜ਼ਾਸ ਆ ਜਾਣੇ ਆ। ਬਟ ਸਾਨੂੰ ਇਹ ਐਪਲੀਕੇਸ਼ਨ ਲਾਉਣ ਲੱਗਿਆਂ ਵੇਖਣਾ ਆ ਕਿ ਅਗਰ ਸਾਡਾ ਕਿਤੇ ਨਾ ਕਿਤੇ ਕੋਈ ਕਨੈਕਸ਼ਨ ਬਣਦਾ ਆ ਤਾਂ ਅਸੀਂ ਤਾਂ ਅਪਲਾਈ ਕਰੀਏ। ਔਰ ਉਹਦੇ ਵਿੱਚ ਵੀ ਅਸੀਂ ਵੇਖਿਆ ਕਿ ਬਹੁਤ ਸਾਰੀਆਂ ਜਿਹੜੀਆਂ ਐਪਲੀਕੇਸ਼ਨਸ ਲੋਕ ਲਾਉਂਦੇ ਆ, ਉਹ ਕੋਈ ਬਰਥਡੇ ਦਾ ਜੀ, ਕਿਸੇ ਨੇ ਪਾਠ ਕਰਾਇਆ ਜੀ, ਕਿਸੇ ਨੇ ਹੋਮ ਵਾਰਮਿੰਗ ਕੀਤੀ, ਕਿਸੇ ਨੇ ਉੱਥੇ ਕਿਸੇ ਦਾ ਬੱਚਾ ਹੋਣ ਵਾਲਾ ਜਿਹਨੂੰ ਅਸਿਸਟੈਂਸ ਲਈ ਤੋਂ ਭੇਜ ਰਿਹਾ। ਸੋ ਤੁਹਾਨੂੰ ਅਗਰ ਫੈਮਲੀਜ਼ ਨੂੰ ਮਿਲਣ ਜਾਣਾ ਹੈ, ਤੁਹਾਨੂੰ ਪੁੱਠੇ ਸਿੱਧੇ ਬਹਾਨਿਆਂ ਦੀ ਲੋੜ ਨਹੀਂ ਹੈਗੀ। ਤੁਸੀਂ ਡਾਇਰੈਕਟ ਆਪਣਾ ਬੌਂਡ ਸਥਾਪਿਤ ਕੀਤਾ ਹੋਇਆ, ਉਹਨੂੰ ਐਸਟੈਬਲਿਸ਼ ਕੀਤਾ, ਉਹਨੂੰ ਦਿਖਾਓ ਕਿ ਤੁਹਾਡੀ ਕਿਸੇ ਪਰਿਵਾਰ ਦੇ ਨਾਲ ਬੌਂਡੇਜ ਹੈਗੀ ਆ, ਤੁਹਾਡੀ ਚੰਗੀ ਬੌਂਡਿੰਗ ਆ ਔਰ ਤੁਸੀਂ ਉਸ ਜੀ ਨੂੰ ਮਿਲਣ ਜਾ ਰਹੇ ਹੋ। ਤੁਸੀਂ ਕਿਸੇ ਆਪਣੇ ਭੈਣ ਭਾਈ ਨੂੰ ਮਿਲਣ ਜਾਣਾ ਹੋਵੇ, ਤੁਹਾਨੂੰ ਲੱਗਦਾ ਤੁਹਾਨੂੰ ਬਹਾਨਿਆਂ ਦੀ ਲੋੜ ਹੈ। ਸੋ ਸਾਨੂੰ ਬਹਾਨਿਆਂ ਤੋਂ ਹਟ ਕੇ ਐਪਲੀਕੇਸ਼ਨਸ ਲਾਉਣੀਆਂ ਸਿੱਖਣੀਆਂ ਪੈਣਗੀਆਂ ਅਗਰ ਅਸੀਂ ਸਕਸੈਸ ਚਾਹੁੰਦੇ ਹਾਂ। ਤੇ ਯੂਐਸ ਦੀ ਅਪਡੇਟ ਦੀ ਹੁਣ ਗੱਲ ਕਰਦੇ ਆ, ਉਹਦੀ ਕੀ ਲੇਟੈਸਟ ਅਪਡੇਟ ਆ ਰਹੀ ਹੈ? ਯੂਐਸ ਬਹੁਤ ਸ਼ਾਨਦਾਰ ਰਿਜ਼ਲਟ ਦੇ ਰਿਹਾ ਇਸ ਟਾਈਮ। ਅਗਰ ਅਸੀਂ ਕੈਨੇਡਾ ਤੋਂ ਵੱਧ ਵੀਜ਼ਾਸ ਵੇਖ ਰਹੇ ਹਾਂ, ਉਹ ਯੂਐਸ ਵਿੱਚ ਵੇਖ ਰਹੇ ਹਾਂ। ਸੋ ਯੂਐਸ ਦੇ ਵਿੱਚ ਅਗਰ ਅਸੀਂ ਕੋਈ ਪੁਰਾਣੇ ਪ੍ਰੋਗਰਾਮਸ ਆਪਣੇ ਵੀ ਵੇਖੋਗੇ ਤਾਂ ਉਹਦੇ 'ਚ ਅਸੀਂ ਬਾਰ-ਬਾਰ ਜ਼ੋਰ ਦਿੱਤਾ ਸੀ ਕਿ ਜਿਹੜੀ ਆ ਸੈਪਟੰਬਰ ਵਾਲੀ ਇਨਟੇਕ ਆ, ਇਟ ਇਜ਼ ਗੋਇੰਗ ਟੂ ਬੀ ਵੈਰੀ ਬਿਗ ਇਨਟੇਕ। ਔਰ ਅਸੀਂ ਮਈ ਜੂਨ ਦੇ ਵਿੱਚ ਵੀ ਸਟੂਡੈਂਟਸ ਨੂੰ ਬਹੁਤ ਐਨਕਰੇਜ ਕੀਤਾ ਸੀਗਾ ਕਿ ਤੁਸੀਂ ਯੂਐਸ ਦਾ ਰੁੱਖ ਕਰੋ, ਯੂਐਸ ਦੀਆਂ ਯੂਨੀਵਰਸਿਟੀਜ਼ ਦਾ ਰੁੱਖ ਕਰੋ। ਔਰ ਬਹੁਤ ਸਾਰੇ ਬੱਚੇ ਜਿਹੜੇ ਕੈਨੇਡਾ ਤੋਂ ਬਾਰ-ਬਾਰ ਰਿਫਿਊਜ਼ ਹੁੰਦੇ ਨੇ ਔਰ ਕੰਸਲਟੈਂਟਸ ਇੱਥੇ ਬਾਰ-ਬਾਰ ਇੱਕੋ ਚੀਜ਼ ਦੀ ਸਪੈਸ਼ਲਾਈਜੇਸ਼ਨ ਕਰਕੇ ਉਹਦਾ ਹੀ ਆਪਰੇਸ਼ਨ ਕਰੀ ਜਾਂਦੇ ਆ। ਸੋ ਬਿਕੋਜ਼ ਸਪੈਸ਼ਲਿਸਟ ਬੰਦਾ ਜਿਹੜਾ ਉਹ ਕੈਨੇਡਾ ਦਾ ਹੀ ਫਾਈਲ ਕਰਦਾ ਤਾਂ ਉਹਨੇ 8-10 ਵਾਰੀ ਕੈਨੇਡਾ ਨੂੰ ਬਾਰ-ਬਾਰ ਫਾਈਲ ਕਰਾਣਾ। ਇੱਕ ਸਿੰਗਲ ਐਪਲੀਕੇਸ਼ਨ ਸਟੂਡੈਂਟ ਦਾ 50-60 ਹਜ਼ਾਰ ਰੁਪਏ ਦਾ ਨੁਕਸਾਨ ਹੁੰਦਾ ਹੈ। ਸੋ ਅਲਟੀਮੇਟਲੀ ਤੁਸੀਂ ਸੋਚੋ ਕਿੰਨਾ ਪੈਸਾ ਲੂਜ਼ ਕਰਦੇ ਨੇ ਬੱਚੇ। ਸੋ ਇਨਸਟੈਡ ਆਫ ਇਹ ਜਿਹੜੇ ਬੱਚੇ ਬਾਰ-ਬਾਰ ਕੈਨੇਡਾ ਨੂੰ ਟਰਾਈ ਕਰ ਰਹੇ ਆ, ਅਗਰ ਇਹ ਯੂਐਸ ਦਾ ਰੁੱਖ ਕਰਨਗੇ ਤੇ ਤੁਹਾਨੂੰ ਇਹ ਸਮਝਣਾ ਪਊਗਾ ਯੂਐਸ ਨੇ ਇਸ ਕਰੰਟ ਇਨਟੇਕ ਦੇ ਵਿੱਚ 55,000 ਵੀਜ਼ੇ ਬਹੁਤ ਥੋੜੇ ਜਿਹੇ ਸਮੇਂ ਦੇ ਵਿੱਚ ਦਿੱਤੇ ਆ। ਸੋ ਜੁਲਾਈ ਦੇ ਵਿੱਚ ਜਾ ਕੇ ਅੰਬੈਸੀ ਓਪਨ ਹੋਈ ਹੈ ਔਰ ਅਗਸਤ ਦੇ ਵਿੱਚ ਤਕਰੀਬਨ ਜੁਲਾਈ ਅਗਸਤ ਦੇ ਵਿੱਚ ਮਿਡ ਤੋਂ ਬਾਅਦ ਤਕਰੀਬਨ ਜਿਹੜੀਆਂ ਐਪਲੀਕੇਸ਼ਨਸ ਲਈਆਂ ਗਈਆਂ ਔਰ 55,000 ਵੀਜ਼ਾਸ ਜੋ ਕਿ ਯੂਐਸ ਦਾ ਖੁਦ ਦਾ ਹੀ ਰਿਕਾਰਡ ਹੈ। ਅੱਜ ਤੱਕ ਏਡੀ ਵੱਡੇ ਨੰਬਰਸ ਕਦੀ ਵੀ ਇੰਡੀਆ ਨੂੰ ਗ੍ਰਾਂਟ ਨਹੀਂ ਹੋਏ ਇੰਨੇ ਥੋੜੇ ਸਮੇਂ ਦੇ ਵਿੱਚ ਜੀ। ਸੋ ਇਹ ਇੱਕ ਬਹੁਤ ਵੱਡਾ ਨੰਬਰ ਹੈ ਔਰ ਇਹ ਤੋਂ ਉਮੀਦ ਇਹ ਕੀਤੀ ਜਾ ਸਕਦੀ ਕਿ ਯੂਐਸ ਦਾ ਜਿਹੜਾ ਕੋਟਾ ਆ ਇੰਡੀਅਨ ਸਟੂਡੈਂਟਸ ਦਾ 2-2.5 ਲੱਖ ਸਟੂਡੈਂਟ ਦਾ ਕੋਟਾ ਹੁੰਦਾ ਪਰ ਈਅਰ ਜੀ, ਉਹ ਬਹੁਤ ਜਲਦੀ ਅਚੀਵ ਕਰਾਂਗੇ ਕਿਉਂਕਿ ਹੁਣ ਸਾਰਾ ਸਾਲ ਕੋਵਿਡ ਦੇ ਵਿੱਚ ਬੰਦ ਸਮਾਂ ਰਿਹਾ ਜੀ। ਸੋ ਜਿਹੜਾ ਵੀ ਸਮਾਂ ਬਚਿਆ ਰੈਸਟ ਆਫ ਦਾ ਜਿਹੜਾ ਵੀਜ਼ਾਸ ਆ ਉਹ ਫਿਰ ਇਸੇ ਤਰੀਕੇ ਨਾਲ ਹੀ ਆਣਗੇ। ਸੋ ਸਟੂਡੈਂਟਸ ਲਈ ਤੇ ਇਹ ਅਪੀਲ ਹੈ, ਇਹ ਸੁਜੈਸ਼ਨ ਹੈ ਕਿ ਅਗਰ ਤੁਹਾਡਾ ਪ੍ਰੋਫਾਈਲ ਚੰਗਾ ਆ, ਇਫ ਯੂ ਬਿਲੀਵ ਯੂ ਕੈਨ ਕਮਿਊਨੀਕੇਟ ਇਨ ਇੰਗਲਿਸ਼, ਅਗਰ ਇੰਗਲਿਸ਼ ਵਿੱਚ ਗੱਲਬਾਤ ਕਰ ਸਕਦੇ ਹੋ ਤੇ ਤੁਹਾਨੂੰ ਯੂਐਸ ਅੰਬੈਸੀ ਦਾ ਰੁੱਖ ਕਰਨਾ ਚਾਹੀਦਾ। ਬਿਕੋਜ਼ ਯੂਐਸ ਇਸ ਟਾਈਮ ਆਪਣੀ ਚਰਮ ਸੀਮਾ ਦੇ ਉੱਪਰ ਆ ਵੀਜ਼ਾ ਗ੍ਰਾਂਟ ਕਰਨ ਵਾਲੀ ਅਗਰ ਅਸੀਂ ਸਿਚੁਏਸ਼ਨ ਵੇਖੀਏ ਜੀ। ਇਸ ਤੋਂ ਵੱਧ ਨੰਬਰਸ ਅੱਜ ਤੱਕ ਯੂਐਸ ਨੇ ਕਦੀ ਨਹੀਂ ਦਿੱਤੇ ਇੰਨੇ ਥੋੜੇ ਸਮੇਂ ਦੇ ਵਿੱਚ ਔਰ ਇਹੀ ਉਮੀਦ ਕੀਤੀ ਜਾ ਰਹੀ ਹੈ ਜਿਹੜੀਆਂ ਹੁਣ ਆਉਣ ਵਾਲੀਆਂ ਇਨਟੇਕਸ ਆ ਉਹਨਾਂ ਦੇ ਵਿੱਚ ਵੀ ਤਕਰੀਬਨ ਜਿਹੜੀਆਂ ਯੂਐਸ ਯੂਨੀਵਰਸਿਟੀਜ਼ ਆ ਉਹ ਪਿਛਲੇ ਜਿਹੜੀਆਂ 1.5-2 ਸਾਲ ਦਾ ਬੰਦ ਸਮੇਂ ਦਾ ਜਿਹੜਾ ਕੋਟਾ ਆ ਉਹ ਵੀ ਇੱਥੇ ਆ ਕੇ ਹੀ ਪੂਰਾ ਕਰਨਗੀਆਂ ਜੀ। ਯੂਐਸ ਜਾਣ ਦੇ ਲਈ ਸਟੂਡੈਂਟਸ ਦੀਆਂ ਕੀ ਰਿਕੁਆਇਰਮੈਂਟਸ ਹੁੰਦੀਆਂ, ਉਹਨਾਂ ਨੂੰ ਕੀ ਕੀ ਚਾਹੀਦਾ ਹੁੰਦਾ, ਉਹ ਕਿਵੇਂ ਆਪਣੀ ਪ੍ਰੋਫਾਈਲ ਰੈਡੀ ਕਰਨ? ਬੇਸਿਕਲੀ ਮੈਮ ਯੂਐਸ ਬਹੁਤ ਪਹਿਲਾ ਡੈਸਟੀਨੇਸ਼ਨ ਹੈ ਐਜੂਕੇਸ਼ਨ ਦੇ ਵਿੱਚ। ਯੂਐਸ ਯੂਨੀਵਰਸਿਟੀਜ਼ ਨੇ ਹੀ ਤਕਰੀਬਨ ਜਿੰਨੇ ਲਾਜ਼ ਨੇ ਇਮੀਗ੍ਰੇਸ਼ਨ ਦੇ ਜਾਂ ਯੂਐਸ ਦੇ ਸਟੂਡੈਂਟਸ ਦੇ ਰੈਸਟ ਆਫ ਦਾ ਵਰਲਡ ਨੇ ਬੇਸਿਕਲੀ ਯੂਐਸ ਦਾ ਹੀ ਆਈਡੀਓਲੋਜੀ ਸਾਰੀ ਅਡਾਪਟ ਕੀਤੀ ਹੈ ਜੀ। ਸੋ ਸਟੂਡੈਂਟ ਦੀ ਬੇਸਿਕ ਐਜੂਕੇਸ਼ਨ ਮਿਨੀਮਮ +2 ਕੀਤੀ ਹੋਵੇ ਜਾਂ ਗ੍ਰੈਜੂਏਸ਼ਨ ਕੀਤੀ ਹੋਵੇ, ਮਾਸਟਰਸ ਕੀਤੀ ਹੋਵੇ, ਸੋ ਕਿਸੇ ਵੀ ਲੈਵਲ ਦੇ ਉੱਪਰ ਸਟੂਡੈਂਟ ਡਿਗਰੀ ਲਈ ਜਾ ਸਕਦਾ ਹੈ। F1 ਵੀਜ਼ਾ ਦੀ ਕੈਟਾਗਰੀ ਹੈ ਜਿਹਦੇ 'ਚ ਸਟੂਡੈਂਟ ਨੂੰ ਚਾਹੇ ਸਾਲ ਦਾ ਪ੍ਰੋਗਰਾਮ ਹੈ ਚਾਹੇ 4 ਸਾਲ ਦਾ ਪ੍ਰੋਗਰਾਮ ਹੈ, ਵੀਜ਼ਾ ਸ਼ੁਰੂ 'ਚ ਹੀ 5 ਸਾਲ ਦਾ ਆ ਜਾਂਦਾ ਹੈ ਜੀ। ਸੋ ਬੇਅਰ ਮਿਨੀਮਮ ਰਿਕੁਆਇਰਮੈਂਟ ਕੀ ਹੈ? ਸੋ ਯੂਐਸ ਦੇ ਵਿੱਚ ਵੈਸੇ ਤੇ ਤਕਰੀਬਨ ਹਰ ਸਟੂਡੈਂਟ ਨੂੰ ਐਲੀਜੀਬਿਲਟੀ ਬਣ ਸਕਦੀ ਹੈ ਬਟ ਫਿਰ ਵੀ ਅਗਰ ਸਟੂਡੈਂਟ ਦੇ ਕੋਲ 5.5-6 ਲੈਵਲ ਆਇਲਟਸ ਦਾ ਆ ਜੀ ਔਰ ਜਾਂ ਅਗਰ ਆਇਲਟਸ ਦਾ ਸਕੋਰ ਐਕਸਪਾਇਰ ਵੀ ਹੋਇਆ ਪਿਆ ਤਾਂ ਵੀ ਚੱਲੇਗਾ, ਜਾਂ ਅਗਰ ਸਟੂਡੈਂਟ ਦਾ ਲੈਵਲ ਆਫ ਇੰਗਲਿਸ਼ ਇਸ ਤਰੀਕੇ ਦਾ ਕਿ ਉਹਦੀ ਜਿਹੜੀ ਪੜ੍ਹਾਈ ਹੈ ਇੰਗਲਿਸ਼ ਮੀਡੀਅਮ ਦੇ ਵਿੱਚ ਹੋਈ ਹੈ ਐਂਡ ਸਟੂਡੈਂਟ ਕੈਨ ਕਮਿਊਨੀਕੇਟ ਇਨ ਇੰਗਲਿਸ਼। ਸੋ ਜਿਹੜੇ ਸਟੂਡੈਂਟਸ ਇੰਗਲਿਸ਼ ਦੇ ਵਿੱਚ ਕਮਿਊਨੀਕੇਟ ਕਰ ਸਕਦੇ ਆ ਉਹ ਹੀ ਇਕੱਲਾ ਯੂਐਸ ਦਾ ਰੁੱਖ ਕਰਨ। ਔਰ ਕਿਉਂਕਿ ਜਦੋਂ ਅਸੀਂ ਐਡਵਰਟਾਈਜ਼ ਕਰਦੇ ਹਾਂ ਉਹਦੇ 'ਚ ਇਹ ਲਿਖਿਆ ਜਾਂਦਾ ਕਿ ਬਿਨਾਂ ਆਇਲਟਸ ਅਪਲਾਈ ਕਰ ਲਓ ਔਰ ਬਹੁਤ ਸਾਰੇ ਸਾਡੇ ਭੋਲੇ ਸਟੂਡੈਂਟ ਇਹ ਸੋਚਦੇ ਨੇ
ਕਿ ਸ਼ਾਇਦ ਇੱਥੇ ਬਿਨਾ ਅੰਗਰੇਜ਼ੀ ਤੋਂ ਕੰਮ ਚੱਲ ਜਾਣਾ ਹੈ ਜੀ। ਸੋ ਬਿਨਾ ਆਈਲੈਟਸ ਦਾ ਮਤਲਬ ਇਹ ਹੈ ਕਿ ਅਗਰ ਤੁਹਾਡੀ ਇੰਗਲਿਸ਼ ਦੀ ਕਮਿਊਨੀਕੇਸ਼ਨ ਚੰਗੀ ਹੈ ਐਂਡ ਯੂ ਵਿਲ ਬੀ ਕਮਿਊਨੀਕੇਟਿੰਗ ਵਿਦ ਦਾ ਵੀਜ਼ਾ ਆਫੀਸਰ। ਸੋ ਵੀਜ਼ਾ ਆਫੀਸਰ ਤੁਹਾਡੇ ਨਾਲ ਮੌਕੇ ਤੇ ਗੱਲਬਾਤ ਕਰਕੇ ਇਹ ਤਾਂ ਪਤਾ ਲਾ ਲੂਗਾ ਕਿ ਤੁਹਾਡਾ ਇੰਗਲਿਸ਼ ਦਾ ਲੈਵਲ ਕਿਸ ਤਰੀਕੇ ਦਾ, ਔਰ ਜਿਹੜੀਆਂ 2-4 ਸਵਾਲ ਕਿ ਕਿਉਂ ਪੜ੍ਹਨਾ, ਕਿੱਥੇ ਪੜ੍ਹਨਾ, ਕੀ ਰਿਸਰਚ ਕੀਤੀ ਹੈ। ਸੋ ਯੂਐਸ ਦੇ ਵਿੱਚ ਇੱਕ ਰਿਸਰਚ ਕੀਤੀ ਹੋਣੀ ਬਹੁਤ ਜ਼ਰੂਰੀ ਹੈ ਕਿ ਉਹ ਰਿਸਰਚ ਦਾ ਮਤਲਬ ਇਹ ਨਹੀਂ ਕਿ ਤੁਸੀਂ ਕੋਈ ਡਾਕਟਰੀ ਲਾਈਨ ਵਾਲੀ ਰਿਸਰਚ ਕਰਨੀ ਹੈ, ਕਿ ਤੁਸੀਂ ਇਸ ਨਤੀਜੇ ਤੇ ਕਿੱਦਾਂ ਪਹੁੰਚੇ ਕਿ ਤੁਹਾਨੂੰ ਯੂਐਸ ਅਪਲਾਈ ਕਰਨਾ ਚਾਹੀਦਾ। ਸੋ ਅਗਰ ਸਟੂਡੈਂਟ ਰਿਸਰਚ ਓਰੀਐਂਟਡ ਆ, ਸਟੂਡੈਂਟ ਕਮਿਊਨੀਕੇਟ ਕਰ ਸਕਦਾ ਇੰਗਲਿਸ਼ ਦੇ ਵਿੱਚ, ਤੇ ਇਹ ਸਟੂਡੈਂਟ ਯੂਐਸ ਐਮਬੈਸੀ ਦੀ ਪਹਿਲੀ ਪਸੰਦ ਨੇ। ਸੋ ਜਿਹੜੇ ਸਟੂਡੈਂਟਸ ਦੇ ਕੋਲ ਵਰਕਿੰਗ ਐਕਸਪੀਰੀਅੰਸ ਆ, ਕਿ ਅਗਰ ਬੱਚੇ ਨੇ ਪੜ੍ਹਾਈ ਕੀਤੀ ਆ ਉਸ ਤੋਂ ਬਾਅਦ ਉਹਨੇ ਕੁਝ ਸਾਲ ਕੰਮਕਾਰ ਕੀਤਾ ਆ, ਇਹ ਅਗੇਨ ਇਕੱਲਾ ਅਮਰੀਕਾ ਦੀ ਪ੍ਰਾਇੋਰਟੀ ਆ। ਇਹਨਾਂ ਸਟੂਡੈਂਟਸ ਨੂੰ ਦੁਨੀਆ 'ਚ ਕੋਈ ਵੀ ਹੋਰ ਕੰਟਰੀ ਅਸੈਪਟ ਨਹੀਂ ਕਰਦਾ, ਬਿਕੋਜ਼ ਬਾਕੀ ਸਾਰੇ ਕੰਟਰੀਜ਼ ਵੇਖਦੇ ਨੇ ਕਿ ਸਟੂਡੈਂਟ ਦੇ ਕੋਲ ਪੜ੍ਹਾਈ ਆ, ਪੜ੍ਹਾਈ ਤੋਂ ਬਾਅਦ ਅਗਰ ਗੈਪ ਆ ਗਿਆ ਜਾਂ ਵਰਕਿੰਗ ਆ ਗਈ, ਉਹ ਇਹਨੂੰ ਸ਼ੱਕ ਦੀ ਨਿਗਾਹ ਨਾਲ ਵੇਖਦੇ ਆ। ਸੋ ਅਮਰੀਕਾ ਦੇ ਵਿੱਚ ਇਹ ਮੰਨਿਆ ਜਾਂਦਾ ਕਿ ਅਗਰ ਸਟੂਡੈਂਟ ਡਿਗਰੀ ਕਰਨ ਆ ਰਿਹਾ ਔਰ ਅਗਰ ਉਹਨੇ ਪ੍ਰੈਕਟੀਕਲੀ ਕੁਝ ਨਾ ਕੁਝ ਕੰਮਕਾਰ ਕੀਤਾ ਔਰ ਫਿਰ ਉਸ ਤੋਂ ਬਾਅਦ ਉਹਨੂੰ ਐਜੂਕੇਸ਼ਨ ਦੀ ਲੋੜ ਹੈ, ਇਹ ਚੰਗਾ ਸਟੂਡੈਂਟ ਆ ਜੀ। ਸੋ ਇਹ ਪੈਰਾਮੀਟਰਸ ਯੂਐਸ ਦੇ ਨੇ। ਸੋ ਯੂਐਸ ਦੇ ਲਈ ਬੇਸਿਕ ਐਜੂਕੇਸ਼ਨ ਤੁਹਾਡੀ ਫਿਨਿਸ਼ ਕੀਤੀ ਹੋਵੇ, ਇੰਗਲਿਸ਼ ਦੀ ਕਮਿਊਨੀਕੇਸ਼ਨ ਚੰਗੀ ਹੋਵੇ, ਔਰ ਵੀਜ਼ਾ ਲੈਣ ਲਈ ਸਭ ਤੋਂ ਇੰਪੋਰਟੈਂਟ ਜਿਹੜੀ ਆ ਜੀ, ਵੀਜ਼ਾ ਆਫੀਸਰ ਤੁਹਾਡੇ ਨਾਲ ਕਨਵਰਸੇਸ਼ਨ ਕਰੇਗਾ। ਬਹੁਤ ਸਾਰੇ ਲੋਕ ਇਹਨੂੰ ਗਨ ਪੁਆਇੰਟ ਇੰਟਰੋਗੇਸ਼ਨ ਸਮਝਦੇ ਨੇ ਕਿ ਵੀਜ਼ਾ ਆਫੀਸਰ ਨੇ ਸ਼ਾਇਦ ਇੱਥੇ ਗਨ ਧਰੀ ਤੇ ਸੱਚ ਦੱਸ ਕੀ ਹੈ। ਸੋ ਬਹੁਤ ਸਾਰੇ ਰੋਬੋਟਿਕ ਕਾਈਂਡ ਆਫ ਐਕਸਪ੍ਰੈਸ਼ਨਸ ਦੇ ਨਾਲ ਇੰਟਰਵਿਊ ਦਿੰਦੇ ਆ। ਸੋ ਇਹ ਸਰਾਸਰ ਗਲਤ ਹੈ। ਸੋ ਤੁਹਾਨੂੰ ਵੀਜ਼ਾ ਆਫੀਸਰ ਦੇ ਨਾਲ ਕਨਵਰਸੇਸ਼ਨ ਕਰਨੀ ਹੈ, ਗੱਲਬਾਤ ਕਰਨੀ ਹੈ, ਔਰ ਆਪਣਾ ਕਲੀਅਰ ਦੱਸਣਾ ਕਿ ਤੁਸੀਂ ਅਮਰੀਕਾ ਨੂੰ ਕਿਉਂ ਚੁਣ ਰਹੇ ਹੋ, ਔਰ ਇਹ ਸਹਿਜ ਸੁਭਾਅ ਤੁਸੀਂ ਵੀਜ਼ਾ ਲੈ ਸਕਦੇ ਹੋ। ਬਿਕੋਜ਼ ਅਗਰ ਤੁਸੀਂ ਕਮਿਊਨੀਕੇਟ ਚੰਗਾ ਕਰ ਸਕਦੇ ਹੋ, ਤੁਸੀਂ ਰਿਸਪੌਂਸਿਵ ਹੋ ਕਿ ਤੁਹਾਡੇ ਕੋਲ ਕੋਈ ਸਵਾਲ ਪੁੱਛ ਰਿਹਾ, ਤੁਸੀਂ ਰਿਸਪੌਂਸਿਵ ਤਰੀਕੇ ਨਾਲ ਉਹਨੂੰ ਜਵਾਬ ਦੇ ਰਹੇ ਹੋ, ਰਟੇ ਰਟਾਏ ਜਵਾਬ ਨਹੀਂ ਦੇ ਰਹੇ ਜਿਸ ਤਰੀਕੇ ਨਾਲ ਅਸੀਂ ਕਰਦੇ ਨਾ ਕਿ 10 ਸਵਾਲ ਪੜ੍ਹ ਲਏ, ਚੱਲ ਦੇਖੀ ਜੋ ਆਪਾਂ 10 ਸਵਾਲ ਤਾਂ ਕਰ ਲਏ, ਵੀਜ਼ਾ ਅਫਸਰ ਨੇ ਆਹ ਕੁਝ ਹੀ ਪੁੱਛਣਾ ਆ। ਸੋ ਉਹ ਥਿਊਰੀਜ਼ ਇੱਥੇ ਨਹੀਂ ਚੱਲਦੀਆਂ। ਇੱਥੇ ਤੁਹਾਨੂੰ ਰਿਸਪੌਂਸਿਵ ਹੋਣਾ ਪਊਗਾ, ਇੰਟੈਲੀਜੈਂਟ ਹੋਣਾ ਪਊਗਾ, ਤੁਹਾਨੂੰ ਕਮਿਊਨੀਕੇਸ਼ਨ ਤੇ ਜਿਹੜੀਆਂ ਸਕਿੱਲਸ ਚੰਗੀਆਂ ਨੇ, ਤੇ ਯੂਐਸ ਵੀਜ਼ਾ ਗ੍ਰਾਂਟ ਕਰਨ ਦੇ ਵਿੱਚ ਸਭ ਤੋਂ ਮੋਹਰੀ ਆ। ਔਰ ਇੰਨਾ ਵਧੀਆ ਨੰਬਰ, ਇਸ ਤੋਂ ਵਧੀਆ ਵੀਜ਼ਾਸ ਹੋਰ ਕੋਈ ਮੁਲਕ ਦੁਨੀਆ ਦਾ ਗ੍ਰਾਂਟ ਨਹੀਂ ਕਰਦਾ ਵੀਜ਼ਾ। ਫਿਰ ਵੀ ਕੈਨੇਡਾ ਵੱਲ ਰੁਖ ਕਰਨ ਦਾ ਕਾਰਨ ਕੀ ਹੈ? ਕਿਉਂਕਿ ਪਤਾ ਹੈ ਕਿ ਯੂਐਸ ਵੀਜ਼ਾ ਦੇ ਰਿਹਾ, ਫਿਰ ਵੀ ਸਟੂਡੈਂਟਸ ਉਧਰ ਨੂੰ ਹੀ ਕਿਉਂ ਭੱਜਦੇ ਆ? ਉਹਨਾਂ ਨੂੰ ਇੰਨੀ ਜਾਣਕਾਰੀ ਕਿਉਂ ਨਹੀਂ ਆ ਕਿ ਉਹ ਯੂਐਸ ਵੱਲ ਰੁਖ ਕਰਨ? ਮੈਮ ਪਿੱਛੇ ਜੇ ਇੱਕ ਏਜੰਸੀ ਨੇ ਸਰਵੇ ਕੀਤਾ ਪੰਜਾਬ ਦੇ ਵਿੱਚ, ਯੂ ਵੋਂਟ ਬਿਲੀਵ 94% ਆਫ ਪੰਜਾਬੀ ਸਟੂਡੈਂਟਸ ਦੇ ਵਿਸ਼ ਟੂ ਸਟੱਡੀ ਆ ਓਵਰਸੀਜ਼। 94% ਬੱਚੇ ਬਾਹਰ ਪੜ੍ਹਨਾ ਚਾਹੁੰਦੇ ਆ। ਸੋ ਇਹ ਬਹੁਤ ਵੱਡਾ ਨੰਬਰ ਹੈ। ਅਗਰ ਇਹ ਬਹੁਤ ਅਲਾਰਮਿੰਗ ਸਿਚੁਏਸ਼ਨ ਹੈ ਇੱਥੇ ਸਰਕਾਰਾਂ ਲਈ ਵੀ, ਬਿਕੋਜ਼ ਏਡੀ ਵੱਡੀ ਤਾਦਾਦ ਦੇ ਵਿੱਚ ਬੱਚੇ ਬਾਹਰ ਜਾਣਾ ਚਾਹੁੰਦੇ ਹੋ। ਸਾਡੀ ਐਸੈਟ ਨਹੀਂ ਹੋ ਇਸ ਮੁਲਕ ਦੀ, ਔਰ ਸਾਡਾ ਐਸੈਟਸ ਟੋਟਲ ਡਰੇਨ ਹੋ ਰਿਹਾ। ਦੂਸਰੀ ਚੀਜ਼ ਜਿਹੜੀ ਤੁਸੀਂ ਪੁੱਛੀ ਹੈ ਕਿ ਕੈਨੇਡਾ ਦੇ ਵਿੱਚ ਕਿਉਂ ਆ, ਇੱਕ ਹੋਰ ਸਰਵੇ ਦੇ ਵਿੱਚ ਜਿਹੜੀ ਕੈਨੇਡਾ ਦਾ ਸਟੈਟਸ ਆ, ਕੈਨੇਡਾ ਦੇ ਅੰਕੜੇ ਇਹ ਕਹਿੰਦੇ ਕਿ ਇੱਕ ਸਾਲ ਦੇ ਵਿੱਚ ਕੈਨੇਡਾ ਦੇ ਵਿੱਚ ਲੱਖ ਤੋਂ 1.25 ਲੱਖ ਸਟੂਡੈਂਟ ਪੜ੍ਹਨ ਆਉਂਦਾ ਆ। ਔਰ ਅਗਰ ਅਸੀਂ ਜਿਹੜਾ ਸਟੈਟਸ ਨੂੰ ਬ੍ਰੇਕਅਪ ਕਰਾਂਗੇ, ਤੁਸੀਂ ਵੇਖੋਗੇ ਉਹਦੇ ਚੋਂ 60% ਸਟੂਡੈਂਟ ਸਿਰਫ ਪੰਜਾਬ ਦਾ ਆ। ਸੋ ਸਾਡੇ ਹੀ ਸਟੂਡੈਂਟਸ ਨੇ ਜਿਹੜੇ ਕੱਲਾ ਕੈਨੇਡਾ ਨੂੰ ਜਾਣਾ ਚਾਹੁੰਦੇ ਹੋ। ਕੈਨੇਡਾ 'ਚ ਕੋਈ ਬੁਰਾਈ ਨਹੀਂ ਹੈ। ਸੋ ਕੈਨੇਡਾ ਪਿਓਰ ਮੈਥਮੈਟੀਕਲ ਤਰੀਕੇ ਨਾਲ ਵੀਜ਼ਾ ਦਿੰਦਾ, ਔਰ ਕੈਨੇਡਾ ਨੇ ਸਾਡੀ ਜਵਾਨੀ ਨੂੰ ਬਖੂਬ ਸਾਂਭਿਆ ਆ ਜੀ। ਸੋ ਕੈਨੇਡਾ ਦੇ ਵੀ ਅਗਰ ਜਿਹੜਾ ਜਿਸ ਮੁਕਾਮ ਦੇ ਉੱਪਰ ਪਹੁੰਚਿਆ, ਉਹਦੇ ਉੱਪਰ ਸਾਡੇ ਸਟੂਡੈਂਟਸ ਦਾ ਬਹੁਤ ਵੱਡਾ ਯੋਗਦਾਨ ਆ। ਬਿਕੋਜ਼ ਇੱਕ ਤਰੀਕੇ ਨਾਲ ਬਹੁਤ ਸਾਰੀ ਮਨੀ ਡਰੇਨ ਉੱਥੇ ਗਈ, ਯੂਥ ਉੱਥੇ ਗਿਆ, ਐਮਪਾਵਰਮੈਂਟ ਉਹ ਜਗ੍ਹਾ ਨੂੰ ਕੀਤਾ, ਜਗ੍ਹਾ ਨਵੀਆਂ ਡਿਵੈਲਪ ਹੋਈਆਂ, ਨਵੀਆਂ ਮਾਰਕੀਟਸ ਗਰੋ ਹੋਈਆਂ, ਔਰ ਅਲਟੀਮੇਟਲੀ ਇਕਨੋਮੀ ਗਰੋ ਹੋਈ ਜੀ। ਪਰ ਅਲਟੀਮੇਟਲੀ ਜਦੋਂ ਸਟੂਡੈਂਟਸ ਮੁੱਖ ਤੌਰ ਤੇ ਵੇਖਿਆ ਜਾਂਦਾ ਕਿ ਕੈਨੇਡਾ ਜਾਂਦੇ ਨੇ, ਬਟ ਜਿਹੜੇ ਅਸੀਂ ਆਪਣੇ ਕਰੀਅਰਸ ਨੂੰ ਜਿਹੜੇ ਸਟੂਡੈਂਟਸ ਸੀਰੀਅਸਲੀ ਫੋਲੋ ਕਰਨਾ ਚਾਹੁੰਦੇ ਹੋ, ਉਹ ਕੈਨੇਡਾ 'ਚ ਕਿਤੇ ਨਾ ਕਿਤੇ ਸਾਨੂੰ ਥੋੜਾ ਬਹੁਤ ਕੰਪਰੋਮਾਈਜ਼ ਕਰਨਾ ਪੈਂਦਾ, ਬਿਕੋਜ਼ ਇਹ ਬਹੁਤ ਜ਼ਿਆਦਾ ਡਿਗਰੀ ਓਰੀਐਂਟਡ ਔਰ ਪ੍ਰੋਗਰਾਮ ਓਰੀਐਂਟਡ ਐਜੂਕੇਸ਼ਨ ਨਹੀਂ ਹੈਗੀ। ਸੋ ਜਦੋਂ ਅਸੀਂ ਯੂਐਸ ਦੀ ਗੱਲ ਕਰਦੇ ਹਾਂ, ਯੂਐਸ ਦੀ ਜਿਹੜੀ ਐਜੂਕੇਸ਼ਨ ਆ ਉਹ ਸਪੈਸੀਫਿਕਲੀ ਉਹ ਫੀਲਡ ਓਰੀਐਂਟਡ ਆ, ਉਹ ਉਸ ਪਾਸੇ ਨੂੰ ਤੁਹਾਡਾ ਕਰੀਅਰ ਲੈ ਕੇ ਜਾਂਦੀ ਹੈ ਜਿਸ ਪਾਸੇ ਨੂੰ ਤੁਸੀਂ ਐਕਚੁਅਲੀ ਜਾਣਾ ਚਾਹੁੰਦੇ ਹੋ। ਔਰ ਕੈਨੇਡਾ ਦਾ ਯੂਐਸ ਦਾ ਸਭ ਤੋਂ ਵੱਡਾ ਕਾਰਨ ਹੈ, ਮੈਂ ਤੁਹਾਨੂੰ ਦੱਸ ਦਿੰਦਾ ਇੱਥੇ ਓਪਨ ਪਬਲਿਕ ਮੰਚ ਦੇ ਉੱਪਰ ਵੀ, ਕਿ ਬਹੁਤ ਸਾਰੀਆਂ ਯੂਨੀਵਰਸਿਟੀਜ਼ ਜਿਹੜੀਆਂ ਏਜੰਟਸ ਨੂੰ ਕਮਿਸ਼ਨ ਪੇ ਨਹੀਂ ਕਰਦੀਆਂ ਜੀ। ਸੋ ਇਹ ਇੱਕ ਬਹੁਤ ਵੱਡਾ ਕਾਰਨ ਆ ਕਿ ਬਹੁਤ ਵੱਡੀ ਜਿਹੜੀ ਏਜੰਟਸ ਲੌਬੀ ਆ ਉਹ ਫਿਰ ਕੈਨੇਡਾ ਦੀ ਜਗ੍ਹਾ ਤੇ ਯੂਐਸ ਨੂੰ ਪ੍ਰਮੋਟ ਨਹੀਂ ਕਰਦੀ। ਸੋ ਬਿਕੋਜ਼ ਕੈਨੇਡੀਅਨ ਇੰਸਟੀਚਿਊਟਸ ਦੇ ਪੇ ਕਮਿਸ਼ਨ, ਸੋ ਇਸ ਕਰਕੇ ਸਾਰੇ ਦਾ ਸਾਰਾ ਜਿਹੜਾ ਲਾਣਾ ਇੱਕੋ ਪਾਸੇ ਨੂੰ ਪ੍ਰਮੋਟ ਕੀਤਾ ਜਾਂਦਾ ਹੈ। ਜਦ ਕਿ ਸਟੂਡੈਂਟ ਜਿਹੜੇ ਰਿਸਰਚ ਕਰਨਗੇ ਉਹ ਪਾਉਣਗੇ ਕਿ ਉਹਨਾਂ ਲਈ
ਯੂਐਸ ਦੇ ਵਿੱਚ ਵੀ ਬਹੁਤ ਬਿਹਤਰ ਮੌਕੇ ਨੇ, ਕੈਨੇਡਾ ਵਿੱਚ ਤੇ ਸਾਡੇ ਕੋਲ ਮੌਕੇ ਹੈ ਹੀ ਹੈ, ਸਾਡੇ ਤਕਰੀਬਨ ਸਭ ਨੂੰ ਪਤਾ ਆ, ਬਹੁਤ ਈਜ਼ੀ ਸੈਟਲਮੈਂਟ ਆ, ਬਹੁਤ ਸੌਖਾ ਉੱਥੇ ਤੁਸੀਂ ਪੀਆਰ ਹਾਸਲ ਕਰ ਸਕਦੇ ਹੋ। ਬਟ ਜਿਹੜਾ ਯੂਐਸ, ਜਿਹੜੇ ਸਟੂਡੈਂਟਸ ਕੈਨੇਡਾ ਨਹੀਂ ਜਾ ਪਾਉਂਦੇ ਜਾਂ ਜਿਹੜੇ ਸਟੂਡੈਂਟਸ ਦੀ 5-5 6-6 ਵਾਰੀ ਆਪਣੇ ਪੈਸੇ ਖਰਾਬ ਕਰਦੇ ਨੇ, ਮੇਰੀ ਸੁਜੈਸ਼ਨ ਹੈ ਕਿ ਅਗਰ ਤੁਹਾਡਾ ਪ੍ਰੋਫਾਈਲ 6 ਓਵਰਆਲ ਆਲ ਵਾਲਾ ਨਹੀਂ ਹੈਗਾ ਔਰ ਅਗਰ ਤੁਹਾਡੀ ਜਿਹੜੀ ਸਕੋਰਿੰਗ ਆ 55-60% ਤੋਂ ਥੱਲੇ ਆ, ਤੁਹਾਨੂੰ ਕੈਨੇਡਾ ਦਾ ਰੁਖ ਛੱਡ ਕੇ ਯੂਐਸ ਦਾ ਰੁਖ ਕਰਨਾ ਚਾਹੀਦਾ। ਅਗਰ ਤੁਹਾਡਾ ਪ੍ਰੋਫਾਈਲ ਮੈਥਮੈਟਿਕਲੀ ਬਹੁਤ ਬ੍ਰਿਲੀਅੰਟ ਹੈ, ਤੁਸੀਂ ਕੈਨੇਡਾ ਦਾ ਰੁਖ ਜ਼ਰੂਰ ਕਰੋ। ਬਟ ਅਗਰ ਤੁਹਾਨੂੰ ਲੱਗਦਾ ਕਿ ਤੁਸੀਂ ਪੈਸੇ ਬਰਬਾਦ ਕਰੋਗੇ, ਤੁਹਾਨੂੰ ਯੂਐਸ ਬਾਰੇ ਇੱਕ ਵਾਰੀ ਫਿਰ ਸੋਚਣਾ ਪਊਗਾ। ਆਮ ਤੌਰ ਤੇ ਹੁੰਦਾ ਜਦੋਂ ਤੁਸੀਂ ਕੈਨੇਡਾ ਦੇ ਲਈ ਅਪਲਾਈ ਕਰਨਾ ਹੋਵੇ ਕਿ 12th ਤੋਂ ਬਾਅਦ ਇੰਨੇ ਬੈਂਡਸ ਚਾਹੀਦੇ ਆ, ਗ੍ਰੈਜੂਏਸ਼ਨ ਤੋਂ ਬਾਅਦ ਤੁਹਾਡੇ ਇੰਨੇ ਬੈਂਡ ਚਾਹੀਦੇ, ਏਜ ਦੇ ਅਕੋਰਡਿੰਗਲੀ ਬੈਂਡ ਸਾਨੂੰ ਚੇਂਜ ਹੁੰਦੇ ਰਹਿੰਦੇ ਕੈਨੇਡਾ ਦੇ ਲਈ। ਯੂਐਸ ਦੇ ਲਈ ਕੀ ਪ੍ਰੋਸੀਜਰ ਆ? ਸੇਮ ਪੈਰਾਮੀਟਰਸ ਨੇ, ਯੂਐਸ ਦੇ ਵਿੱਚ ਵੀ ਸੇਮ ਸਟੈਂਡਰਡਾਈਜ਼ ਆ ਕਿ ਤੁਹਾਨੂੰ ਅਗਰ ਤੁਸੀਂ ਗ੍ਰੈਜੂਏਸ਼ਨ ਲਈ ਜਾਣਾ ਯੂ ਨੀਡ 6 ਐਂਡ ਲਾਈਕ 6 ਓਵਰਆਲ। ਓਕੇ। ਪਰ ਹੋਇਆ ਕੀ ਆ ਕਿ ਪਿੱਛੇ ਜੇ ਕੈਨੇਡਾ ਦੇ ਜਿਹੜੇ ਕਾਲਜਸ ਨੇ ਇਹ ਡਿਮਾਂਡ ਐਂਡ ਸਪਲਾਈ ਦੇ ਹਿਸਾਬ ਨਾਲ ਆਪਣੀਆਂ ਜ਼ਰੂਰਤਾਂ ਥੋੜੀਆਂ ਬਹੁਤ ਚੇਂਜ ਕਰ ਲਈਆਂ। ਜਦੋਂ ਤੁਸੀਂ ਆਪਣੀ ਤੁਹਾਡੇ ਕੋਲ ਸਟੂਡੈਂਟਸ ਦੀ ਸਪਲਾਈ ਜ਼ਿਆਦੀ ਆ, ਸੋ ਕੈਨੇਡਾ ਦੇ ਵਿੱਚ ਜਿਹੜੇ ਕਾਲਜਸ ਉਹ ਫਿਰ ਇੱਕ ਸਨਬਿਸ਼ এনवायरमेंट ਲਾਈਕ ਬਿਹੇਵੀਅਰ ਦੇ ਉੱਪਰ ਆ ਜਾਂਦੇ ਆ, ਜਿਹਦੇ ਵਿੱਚ ਕਿ ਅਸੀਂ 6.5 ਤੋਂ ਥੱਲੇ ਲੈਂਦੇ ਹੀ ਨਹੀਂ ਆ ਜੀ। ਸੋ ਅਸੀਂ 6 ਈਚ ਤੋਂ ਥੱਲੇ ਨਹੀਂ ਲੈਂਦੇ। ਸੋ ਯੂਐਸ ਯੂਨੀਵਰਸਿਟੀਜ਼ ਪੁਰਾਣੇ ਤਰੀਕੇ ਨਾਲ ਹੀ ਚੱਲਦੀਆਂ ਨੇ ਕਿ ਅਗਰ 6 ਲੈਵਲ ਵਾਲਾ ਸਟੂਡੈਂਟ ਆ ਉਹਨੂੰ ਅਸੈਪਟ ਕਰਦੇ ਆ। ਇਨ ਕੇਸ ਕਿਸੇ ਸਟੂਡੈਂਟ ਦਾ 1-2 ਮੋਡਿਊਲ ਦੇ ਵਿੱਚ ਘੱਟ ਵੀ ਬੈਂਡ ਆ, ਉਹਦੀ ਓਵਰਆਲ ਕੈਪੇਬਿਲਿਟੀ ਨੂੰ ਜਾਣਿਆ ਜਾਂਦਾ, ਇੰਡੀਵਿਜੂਅਲ ਕੈਪੇਬਿਲਿਟੀ ਨੂੰ ਨਹੀਂ ਜਾਣਿਆ ਜਾਂਦਾ। ਜਿਹੜੀ ਉਹਨੂੰ ਐਡਮਿਸ਼ਨ ਦਿੱਤੀ ਜਾਂਦੀ ਆ ਉਹਦੇ ਪ੍ਰੀਵੀਅਸ ਕ੍ਰੈਡੈਂਸ਼ੀਅਲਸ ਜੋ ਸਟੂਡੈਂਟ ਨੇ ਪੜ੍ਹੇ ਆ ਉਹਦੇ ਅਕੋਰਡਿੰਗ ਕ੍ਰੈਡਿਟ ਟ੍ਰਾਂਸਫਰ ਕਰਕੇ ਦਿੱਤੇ ਜਾਂਦੇ ਆ। ਔਰ ਫਾਈਨਲੀ ਜਿਹੜੇ ਸਟੂਡੈਂਟਸ ਨੇ ਅਗਰ ਕੋਈ ਟੈਸਟ ਨਹੀਂ ਵੀ ਦਿੱਤਾ ਹੁੰਦਾ, ਬਿਕੋਜ਼ ਯੂਐਸ ਦੇ ਵਿੱਚ ਕਈ ਵਾਰੀ ਤੁਹਾਨੂੰ GRE, GMAT, SAT, TOEFL ਬਹੁਤ ਤਰ੍ਹਾਂ ਦੇ ਟੈਸਟ ਚਾਹੀਦੇ ਹੁੰਦੇ ਆ। ਬਟ ਅੱਜ ਦੇ ਸਮੇਂ ਵਿੱਚ ਮਾਰਕੀਟਿੰਗ ਸੁਪਰੀਮ ਆ। ਸੋ ਬਹੁਤ ਸਾਰੀਆਂ ਯੂਐਸ ਯੂਨੀਵਰਸਿਟੀ ਸਟੂਡੈਂਟਸ ਦਾ ਜਦੋਂ ਅਮਰੀਕਾ 'ਚ ਪਹੁੰਚਦੇ ਨੇ ਬੱਚੇ, ਉੱਥੇ ਜਾ ਕੇ ਇੰਟਰਨਲ ਅਸੈਸਮੈਂਟ ਟੈਸਟ ਲੈ ਲੈਂਦੇ ਆ। ਸੋ ਅਗਰ ਕਿਸੇ ਦਾ ਕੋਈ ਲੈਂਗੁਏਜ ਐਬਿਲਿਟੀ ਘੱਟ ਹੈ, ਉਹਨੂੰ ਉਹਦੇ ਐਕਸਟਰਾ ਮੋਡਿਊਲਸ ਦੇ ਕੇ ਉਹਦੀ ਕਲਾਸ ਸ਼ੁਰੂ ਕਰ ਦਿੱਤੀ ਜਾਂਦੀ ਹੈ। ਜਾਂ ਸਪੋਜ਼ ਕਰੋ ਅਗਰ ਇਹਨੂੰ ਤੁਸੀਂ ਹੋਰ ਸੌਖੇ ਅੱਖਰਾਂ 'ਚ ਸਮਝਣਾ, ਅਗਰ ਤੁਹਾਡੀ ਸਿੱਧੀ ਡਾਇਰੈਕਟਲੀ MBA ਦੇ ਵਿੱਚ ਐਲੀਜੀਬਿਲਟੀ ਨਹੀਂ ਬਣਦੀ, ਸੋ ਤੁਸੀਂ ਉੱਥੇ ਜਾਂਦੇ ਹੋ, ਤੁਹਾਡਾ ਟੈਸਟ ਹੁੰਦਾ ਔਰ ਤੁਹਾਡੀ ਐਲੀਜੀਬਿਲਟੀ ਡਾਇਰੈਕਟਲੀ ਨਹੀਂ ਬਣਦੀ, ਸੋ ਤੁਹਾਨੂੰ ਇੱਕ ਪ੍ਰੀ MBA ਨਾਲ ਪ੍ਰੋਗਰਾਮ ਦੇ ਦਿੱਤਾ ਜਾਊਗਾ। ਸੋ ਯੂ ਵਿਲ ਫਿਨਿਸ਼ ਪ੍ਰੀ MBA ਦੈਨ MBA। ਸੋ ਅਗਰ ਸਟੂਡੈਂਟ ਦੀ ਕੈਪੇਬਿਲਿਟੀ ਚੰਗੀ ਆ, ਸਟੂਡੈਂਟ ਸ਼ੁਰੂ ਤੋਂ ਹੀ ਚੰਗਾ ਆ, ਸੋ ਉਹ ਡਾਇਰੈਕਟਲੀ MBA ਦੇ ਵਿੱਚ ਜਾ ਰਿਹਾ ਜੀ। ਸੋ US ਇੱਕ ਫਲੈਕਸੀਬਲ ਕੁਰਿਕੂਲਮ ਦਾ, ਫਲੈਕਸੀਬਲ ਕਲਾਸਿਸ ਦਾ ਇਹ ਇੱਕ ਐਡੀਸ਼ਨਲ ਬੈਨੀਫਿਟ ਸਟੂਡੈਂਟਸ ਨੂੰ ਜ਼ਰੂਰ ਦਿੰਦਾ। US ਟੂਰਿਜ਼ਮ ਦਾ ਲੇਟੈਸਟ ਅਪਡੇਟ? ਟੂਰਿਜ਼ਮ ਫਿਲਹਾਲ ਸਾਨੂੰ ਮਹੀਨਾ-1.5 ਮਹੀਨਾ ਵੇਟ ਕਰਨੀ ਪਏਗੀ। ਜਿਹੜੇ ਐਪਲੀਕੈਂਟਸ ਨੇ ਹੁਣ ਅਪਲਾਈ ਕਰਨਾ ਉਹ ਆਪਣੀਆਂ ਐਮਬੈਸੀ ਦੀਆਂ ਫੀਸਾਂ ਜ਼ਰੂਰ ਜਮ੍ਹਾਂ ਕਰਵਾ ਲੈਣ ਔਰ ਤੁਹਾਨੂੰ ਮਹੀਨੇ-1.5 ਮਹੀਨੇ ਬਾਅਦ ਜਿਹੜੀਆਂ ਤਰੀਕਿਆਂ ਦੀਆਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ। ਬਿਕੋਜ਼ ਅਸਲ ਦੇ ਵਿੱਚ ਕੋਵਿਡ ਨੇ ਸਾਨੂੰ ਸਭ ਨੂੰ ਬਹੁਤ ਕੁਝ ਸਿਖਾਇਆ ਆ ਔਰ ਉਸੇ ਸਿੱਖਿਆ ਦੇ ਨਾਲ-ਨਾਲ ਜਿਹੜੇ ਸਾਡੇ ਬਿਜ਼ਨਸ ਲਾਸਸ ਨੇ ਉਹ ਵੀ ਆਉਣ ਵਾਲੇ ਸਮੇਂ ਨੇ ਪੂਰੇ ਕਰਨਾ ਹੈ। ਐਂਡ ਸੇਮ ਇਜ਼ ਵਿਦ ਦ ਐਮਬੈਸੀਜ਼ ਆਲਸੋ। ਹਰ ਐਮਬੈਸੀ ਦਾ ਇੱਕ ਕੋਟਾ ਆ, ਸਪੈਸੀਫਿਕ ਕੋਟਾ ਆ। ਬਹੁਤ ਸਾਰੇ ਮੁਲਕਾਂ ਦੀ ਤਕਦੀਰ ਬਦਲੀ ਆ ਟੂਰਿਜ਼ਮ ਨੇ, ਸਿੰਗਾਪੁਰ, ਮਲੇਸ਼ੀਆ, ਥਾਈਲੈਂਡ, ਦੁਬਈ, ਤੁਸੀਂ ਵੇਖਿਓ ਮੌਰੀਸ਼ੀਅਸ, ਇਹ ਰਾਤੋਂ ਰਾਤ ਜਗਣ ਲੱਗ ਗਏ ਨੇ ਮੁਲਕ ਇਹ। ਸੋ ਇਹ ਟੂਰਿਜ਼ਮ ਦੀ ਬਦੌਲਤ ਆ। ਸੋ ਟੂਰਿਜ਼ਮ ਨੂੰ ਇਗਨੋਰ ਨਹੀਂ ਕੀਤਾ ਜਾਊਗਾ। ਸੋ ਟੂਰਿਜ਼ਮ ਦੀ ਜਿੰਨੀ ਵੀ ਨੁਕਸਾਨ ਹੋਇਆ ਆ, ਜਿੰਨਾ ਵੀ ਤੁਸੀਂ ਹੌਲੀਡੇਜ਼ ਆਪਣੀਆਂ ਪਿਛਲੇ ਸਮੇਂ ਦੇ ਵਿੱਚ ਨਹੀਂ ਨਿਕਲ ਸਕੇ ਘਰੋਂ, ਆਉਣ ਵਾਲਾ ਸਮਾਂ ਆ ਮਹੀਨੇ-1.5 ਮਹੀਨੇ ਤੱਕ ਤੁਸੀਂ ਵੇਖੋਗੇ US ਦੇ ਵਿੱਚ ਤੁਹਾਨੂੰ ਇਹੀ ਦੁਆਰਾ ਕੈਟਾਗਰੀਜ਼ ਵਿੱਚ ਬਹੁਤ ਵੀਜ਼ਾਸ ਮਿਲਣਗੇ। ਸੋ ਹੌਲੀਡੇਜ਼ ਵਾਲਾ ਵੀਜ਼ਾਸ ਓਪਨ ਹੋਣਗੇ ਔਰ ਇਸ ਜਿਹੜਾ ਨਿਊ ਈਅਰ ਦੇ ਆਸ-ਪਾਸ ਤੁਸੀਂ ਵੇਖੋਗੇ ਬਹੁਤ ਸਾਰੀਆਂ ਤੁਸੀਂ ਜਿਹੜੇ ਕੰਟਰੀਜ਼ ਨੂੰ ਐਕਚੁਅਲ ਫਲਾਈ ਵੀ ਕਰੋਗੇ। ਔਰ ਇਹ ਕੋਈ ਅਸੀਂ ਮਨ ਘੜਤ ਚੀਜ਼ਾਂ ਨਹੀਂ ਦੱਸ ਰਹੇ, ਬਿਕੋਜ਼ ਇਸੇ ਤਰੀਕੇ ਦੀਆਂ ਅਸੀਂ ਅਜ਼ੰਪਸ਼ਨਸ ਸਟੂਡੈਂਟਸ ਨੂੰ ਲੈ ਕੇ ਲਾਈਆਂ ਸੀ ਕਿ ਜਿਹੜਾ ਸੈਪਟੰਬਰ ਇਨਟੇਕ ਹੈ ਉਹ ਦਿਸ ਇਜ਼ ਗੋਇੰਗ ਟੂ ਰੌਕ, ਕਿ ਇਹਦੇ ਵਰਗਾ ਇਨਟੇਕ ਕੋਈ ਨਹੀਂ ਹੋਏਗਾ। ਐਂਡ ਯੂ ਹੈਵ ਸੀਨ ਵਿਦ ਦ ਸਟੈਟਸ ਕਿ ਇਸ ਤੋਂ ਬਿਹਤਰ ਵੀਜ਼ਾਸ ਅੱਜ ਤੱਕ ਕਦੀ ਨਹੀਂ ਆਏ ਔਰ ਇਹੀ ਹਾਲਾਤ ਜਿਹੜੀ ਆ ਟੂਰਿਜ਼ਮ ਦੀ ਵੀ ਹੋਣ ਵਾਲੀ ਹੈ। ਸੋ ਅਗਰ ਤੁਸੀਂ ਬਾਹਰ ਘੁੰਮਣ ਜਾਣਾ ਚਾਹੁੰਦੇ ਹੋ, ਫੈਮਲੀਜ਼ ਨੂੰ ਮਿਲਣ ਜਾਣਾ ਚਾਹੁੰਦੇ ਹੋ, ਐਂਡ ਪੁੱਲ ਅਪ ਯੂਰ ਸੌਕਸ, ਤੁਹਾਡਾ ਟਾਈਮ ਹੁਣ ਆ ਗਿਆ ਆ। US ਕੈਨੇਡਾ ਵਾਲੇ ਕੁਐਸਚਨ ਤੇ ਮੈਂ ਦੁਬਾਰਾ ਆਉਂਗੀ। ਆਮ ਤੌਰ ਤੇ ਲੋਕਾਂ ਦੇ ਵਿੱਚ ਧਾਰਨਾ ਹੁੰਦੀ ਹੈ ਕਿ ਕੈਨੇਡਾ 'ਚ ਤਾਂ ਸਾਡੇ ਰਿਸ਼ਤੇਦਾਰ ਹੈ, ਕੈਨੇਡਾ ਜਾ ਕੇ ਸੈਟਲ ਹੋਣਾ ਸੌਖਾ ਹੈ, US 'ਚ ਸਾਡਾ ਕੋਈ ਨਹੀਂ ਹੈ। ਆਮ ਤੌਰ ਤੇ ਜ਼ਿਆਦਾਤਰ ਫੈਮਲੀਜ਼ ਕੈਨੇਡਾ 'ਚ ਮੂਵ ਕੀਤੀਆਂ ਹੋਈਆਂ ਪੰਜਾਬ ਦੀਆਂ। ਉੱਥੇ ਜੇ ਬੱਚੇ ਨੇ ਆਪ ਇਕੱਲੇ ਨੇ ਜਾਣਾ ਹੋਵੇ, ਉਹਦਾ ਕੋਈ ਫੈਮਿਲੀ ਮੈਂਬਰ ਨਹੀਂ ਆ ਸਟੂਡੈਂਟ ਦਾ, ਉੱਥੇ ਸੈੱਟ ਹੋਣ ਦੇ ਕਿੰਨੇ ਚਾਂਸਸ ਹੁੰਦੇ ਆ? ਮੈਮ ਅਗਰ ਅਸੀਂ ਪਰਫੈਕਟ ਐਜੂਕੇਸ਼ਨ ਡੈਸਟੀਨੇਸ਼ਨਸ ਬੋਲਦੇ ਇਹਨਾਂ ਨੂੰ, ਪਰਫੈਕਟ ਐਜੂਕੇਸ਼ਨ ਡੈਸਟੀਨੇਸ਼ਨ ਤੋਂ ਭਾਵ ਹੁੰਦਾ ਕਿ ਜਿੱਥੇ ਸਟੂਡੈਂਟ ਜਾ ਕੇ ਈਜ਼ੀਲੀ ਸੌਖਾ ਜਾ ਸਕੇ, ਸਟੂਡੈਂਟ ਕੈਪੀਟਲ ਵਾਂਗੂ ਉੱਥੇ ਮਾਹੌਲ ਹੋਵੇ, ਇੱਕ এনवायरमेंट ਹੋਵੇ ਜਿੱਥੇ ਇੰਟਰਨੈਸ਼ਨਲ ਕਮਿਊਨਿਟੀ ਉੱਥੇ ਸਾਰੇ ਪਾਸਿਓਂ ਲਾਈਕ ਜਿੱਦਾਂ ਇੱਕ ਸੈਕੂਲਰ ਮਾਹੌਲ ਹੋਵੇ, ਉੱਥੇ ਜਾ ਕੇ ਸਟੂਡੈਂਟਸ ਨੂੰ
ਪੜ੍ਹਾਈ ਉਹਦੀ ਲਾਈਫ ਦੇ ਵਿੱਚ ਐਡ ਔਨ ਇੱਕ ਗਹਿਣੇ ਵਾਂਗੂ ਹੋਵੇ, ਉੱਥੇ ਕੰਮਕਾਰ ਕਰ ਸਕੇ ਔਰ ਉੱਥੇ ਸੈਟਲ ਹੋ ਸਕੇ। ਇਹ ਸਾਰੇ ਗੁਣ ਜਿਹੜੇ ਮੁਲਕ 'ਚ ਹੋਣਗੇ ਉਹਨੂੰ ਅਸੀਂ ਪਰਫੈਕਟ ਐਜੂਕੇਸ਼ਨ ਡੈਸਟੀਨੇਸ਼ਨ ਕਵਾਂਗੇ। ਔਰ ਅਮਰੀਕਾ ਦੁਨੀਆ ਦਾ ਪਹਿਲਾ ਸਭ ਤੋਂ ਵੱਡਾ ਪਰਫੈਕਟ ਐਜੂਕੇਸ਼ਨ ਡੈਸਟੀਨੇਸ਼ਨ ਹੈ। ਸੋ ਅਗਰ ਸਟੂਡੈਂਟਸ ਇੱਥੋਂ ਜਾਂਦੇ ਨੇ, ਯੂਨੀਵਰਸਿਟੀਜ਼ ਵੈਲਕਮ ਕਰਦੀਆਂ ਨੇ 에ਅਰਪੋਰਟ ਦੇ ਉੱਪਰ। ਸੋ ਸਟੂਡੈਂਟਸ ਨੂੰ ਲਾਈਕ ਜਿੱਦਾਂ ਪਿਕ ਐਂਡ ਡ੍ਰੌਪ ਵਾਲੀ ਫੈਸਿਲਿਟੀਜ਼ ਜਿੱਦਾਂ ਟੂਰਿਜ਼ਮ ਕੰਪਨੀਜ਼ ਦਿੰਦੀਆਂ ਨੇ, ਸੇਮ ਇੱਥੇ ਜਿਹੜੀਆਂ ਯੂਨੀਵਰਸਿਟੀਜ਼ ਉਹ ਦਿੰਦੀਆਂ ਨੇ ਜੀ। ਸੋ ਸਟੂਡੈਂਟ ਦੀ ਅਕਮੋਡੇਸ਼ਨ ਦਾ ਖਿਆਲ ਰੱਖਣਾ, ਸਟੂਡੈਂਟ ਨੇ ਕਿਹੜੇ ਮੀਲਸ ਲੈਣੇ ਆ ਉਹ ਵਾਲਾ ਖਿਆਲ ਰੱਖਣਾ। ਹਾਲਾਂਕਿ ਇਹਦੀ ਜ਼ਰੂਰਤ ਸਟੂਡੈਂਟ ਨੂੰ ਥੋੜਾ ਸਮਾਂ ਰਹਿੰਦੀ ਹੈ, ਬਿਕੋਜ਼ ਸਟੂਡੈਂਟ ਨੂੰ ਪੇ ਵੀ ਕਰਨਾ ਪੈਂਦਾ ਇਹਨਾਂ ਚੀਜ਼ਾਂ ਨੂੰ। ਸੋ ਥੋੜੀ ਦੇਰ ਬਾਅਦ ਸਟੂਡੈਂਟਸ ਕੀ ਕਰਦੇ ਨੇ, ਲਾਈਕ ਮਾਈਂਡਡ 2-4 ਸਟੂਡੈਂਟਸ ਰਲ ਕੇ ਅਪਾਰਟਮੈਂਟ ਸ਼ੇਅਰਿੰਗ ਦੇ ਉੱਪਰ ਆ ਜਾਂਦੇ ਆ, ਜੋ ਕਿ ਬਹੁਤ ਕਨਵੀਨੀਐਂਟ ਆ, ਬਹੁਤ ਸਸਤਾ ਆ ਔਰ ਇਸ ਟਾਈਮ ਪੂਰੀ ਦੁਨੀਆ ਤੇ, ਕੱਲਾ ਅਮਰੀਕਾ ਦੇ ਵਿੱਚ ਨਹੀਂ, ਪੂਰੀ ਦੁਨੀਆ ਦੇ ਵਿੱਚ ਪ੍ਰੈਫਰਡ ਮੋਡ ਹੈ। ਸੋ ਸਟੂਡੈਂਟ ਨੂੰ ਬਹੁਤ ਖਿਆਲ ਰੱਖਿਆ ਜਾਂਦਾ, ਬਿਕੋਜ਼ ਸਟੂਡੈਂਟ ਅਗਰ ਕਿਸੇ ਮੁਲਕ ਦੇ ਵਿੱਚ ਜਾ ਕੇ ਨਿਰਾਸ਼ ਹੋਏਗਾ, ਉਹ ਇੱਕ ਮੁਲਕ ਦੀ ਕ੍ਰੈਡੀਬਿਲਿਟੀ ਉੱਪਰ ਕੁਐਸਚਨ ਜ਼ਰੂਰ ਕਰੇਗਾ ਕਿ ਮੈਂ 7 ਸਮੁੰਦਰੋਂ ਪਾਰ ਇੱਥੇ ਪੜ੍ਹਨ ਆਇਆ ਤੇ ਮੇਰਾ ਉਸ ਤਰੀਕੇ ਨਾਲ ਖਿਆਲ ਨਹੀਂ ਰੱਖਿਆ ਗਿਆ। ਇਸੇ ਚੀਜ਼ ਦੇ ਵਿੱਚ ਸਭ ਤੋਂ ਉੱਪਰ ਯੂਐਸ ਆ। ਤੁਸੀਂ ਦੁਨੀਆ ਦੇ ਕਿਸੇ ਵੀ ਕੰਟਰੀ ਵਿੱਚ ਜਾਓਗੇ ਔਰ ਕਿਸੇ ਵੀ ਮੁਲਕ ਵਿੱਚ ਜਾਓਗੇ, ਉੱਥੇ ਜਾ ਕੇ ਤੁਹਾਨੂੰ ਯੂਨੀਵਰਸਿਟੀਜ਼ ਚੇਂਜ ਕਰਨਾ, ਪ੍ਰੋਗਰਾਮਸ ਚੇਂਜ ਕਰਨਾ ਬਹੁਤ ਜ਼ਬਰਦਸਤ ਤੁਹਾਨੂੰ ਮਤਲਬ ਪ੍ਰੋਬਲਮ ਦੇਣ ਵਾਲਾ ਹੈ ਜੀ। ਯੂਐਸ ਵਿੱਚ ਤੁਸੀਂ ਇਹ ਕਰਨਾ ਚਾਹੁੰਦੇ ਹੋ, ਯੂਨੀਵਰਸਿਟੀ ਖੁਦ ਅਸਿਸਟ ਕਰੇਗੀ ਕਿ ਸ਼ਾਇਦ ਸਾਡਾ এনवायरमेंट ਸਟੂਡੈਂਟ ਨੂੰ ਸੂਟ ਨਹੀਂ ਕੀਤਾ, ਅਗਰ ਇਸ ਤੋਂ ਬਿਹਤਰ এনवायरमेंट ਸਟੂਡੈਂਟ ਨੇ ਲੱਭਿਆ ਹੈ ਤਾਂ ਅਸੀਂ ਉਹਨੂੰ ਅਸਿਸਟ ਕਰਾਂਗੇ। ਸੋ ਜਿਹੜਾ ਇਹ ਐਟੀਟਿਊਡ ਆ, ਇਹ ਤੁਹਾਨੂੰ ਦੁਨੀਆ 'ਚ ਹੋਰ ਕਿਤੇ ਨਹੀਂ ਮਿਲੇਗਾ। ਬਿਲਕੁਲ। ਸੋ ਯੂਐਸ ਉਹ ਕੰਟਰੀ ਹੈ ਜਿੱਥੇ ਤੁਹਾਨੂੰ ਕੋਈ ਕੰਪਰੋਮਾਈਜ਼ ਨਹੀਂ ਕਰਨਾ ਪਏਗਾ। ਇਫ ਯੂ ਹੈਵ ਸਪੈਂਟ ਮਨੀ, ਤੁਹਾਨੂੰ ਉਹਦੀ ਫੁੱਲ ਵੈਲਿਊ ਮਿਲੇਗੀ। ਆਸਟ੍ਰੇਲੀਆ ਨੇ ਫਿਰ ਮਿਆਦ ਵਧਾ ਦਿੱਤੀ, ਪਹਿਲਾਂ ਸਤੰਬਰ ਤੱਕ ਵਧਾਈ ਸੀ, ਹੁਣ ਦਸੰਬਰ ਤੱਕ ਕਰ ਦਿੱਤੀ ਜੀ। ਤੇ ਪੁਆਇੰਟ ਹੁਣ ਇਹ ਆਉਂਦਾ ਹੈ ਕਿ ਉਹਨਾਂ ਨੇ ਆਪਣੇ ਨਾਗਰਿਕਾਂ ਨੂੰ ਵੀ ਕਹਿ ਦਿੱਤਾ ਕਿ ਤੁਹਾਡੇ ਲਈ ਵੀ ਹੁਣ ਅੰਤਰਰਾਸ਼ਟਰੀ ਜਿਹੜੀਆਂ ਉਡਾਣਾਂ ਨੇ ਉਹਨਾਂ ਤੇ ਰੋਕ ਵਧਾ ਦਿੱਤੀ ਜਾਏਗੀ। ਕੀ ਕਹੋਗੇ? ਫਿਰ ਇਹ ਕਲਾਰਾ ਹੀ ਹੋਏਗਾ ਦਸੰਬਰ ਵੀ? ਮੈਮ ਇਟ ਇਜ਼ ਅ ਪੋਲੀਟੀਕਲ ਸਿਚੁਏਸ਼ਨ ਰਾਦਰ ਦੈਨ ਕਿ ਅਸੀਂ ਜਿਸ ਤਰੀਕੇ ਨਾਲ ਕਮਰਸ਼ੀਅਲ ਵਰਲਡ ਦੇ ਵਿੱਚ ਵੇਖਦੇ ਹਾਂ। ਸੋ ਅਸਲ 'ਚ ਕੀ ਆ ਕਿ ਜਿਸ ਤਰੀਕੇ ਨਾਲ ਯੂਐਸ ਦੀ ਪਾਲਿਸੀ ਕੈਨੇਡਾ ਨੂੰ ਇਨਫਲੂਐਂਸ ਕਰਦੀ ਹੈ, ਸੇਮ ਵੇ ਨਿਊਜ਼ੀਲੈਂਡ ਦੀ ਪਾਲਿਸੀ ਆਸਟ੍ਰੇਲੀਆ ਨੂੰ ਇਨਫਲੂਐਂਸ ਕਰਦੀ ਹੈ। ਉਹਦਾ ਕਾਰਨ ਕੀ ਹੈ? ਸੋ ਅਗਰ ਤੁਸੀਂ ਇਹਨੂੰ ਪੋਲੀਟੀਕਲ ਐਂਗਲ ਤੋਂ ਵੇਖੋਗੇ, ਆਸਟ੍ਰੇਲੀਆ ਆਪਣੀ ਐਜੂਕੇਸ਼ਨ ਡੈਸਟੀਨੇਸ਼ਨ ਵਾਲੀ ਕ੍ਰੈਡੀਬਿਲਿਟੀ ਗਵਾਉਣਾ ਨਹੀਂ ਚਾਹੁੰਦਾ, ਬਿਕੋਜ਼ ਇਹ ਸੌਖੀ ਨਹੀਂ ਬਣਦੀ। ਤੇ ਉਹਨੂੰ ਬਹੁਤ ਸਾਰੇ ਸਟੂਡੈਂਟਸ ਨੂੰ ਖੁਸ਼ ਰੱਖਣਾ ਪੈਂਦਾ, ਬਹੁਤ ਸਾਰੇ ਸਟੂਡੈਂਟਸ ਨੂੰ ਸੈਟਲ ਕਰਨਾ ਪੈਂਦਾ, ਬਹੁਤ ਸਾਰੇ ਸਟੂਡੈਂਟਸ ਦੇ ਸੁਪਨੇ ਸਾਕਾਰ ਹੁੰਦੇ ਆ, ਫਿਰ ਜਾ ਕੇ ਤੁਹਾਡੇ ਤੇ ਉਹ ਟੈਗ ਲੱਗਦਾ ਕਿ ਤੁਸੀਂ ਇੱਕ ਐਜੂਕੇਸ਼ਨ ਵੰਡਰਫੁਲ ਐਜੂਕੇਸ਼ਨ ਡੈਸਟੀਨੇਸ਼ਨ ਹੋ। ਸੋ ਅਗਰ ਤੁਸੀਂ ਰਾਤੋਂ ਰਾਤ ਆਸਟ੍ਰੇਲੀਆ ਵਾਂਗੂ ਕਹੋਗੇ ਕਿ ਅਸੀਂ ਅਗਲੇ 2 ਸਾਲ ਸੋਚ ਹੀ ਨਹੀਂ ਰਹੇ, ਸਟੂਡੈਂਟਸ ਦੀ ਜਿਹੜੀ ਕਿਉਰਿਓਸਿਟੀ ਆ ਉਹ ਖਤਮ ਹੋ ਜਾਏਗੀ ਔਰ ਇਹ ਇੱਕ ਜਿਹੜੀ ਐਜੂਕੇਸ਼ਨ ਡੈਸਟੀਨੇਸ਼ਨ ਦੀ ਐਸਟੈਬਲਿਸ਼ਮੈਂਟ ਆ ਉਹਦੇ ਲਈ ਖਤਰਾ ਹੈ। ਸੋ ਆਸਟ੍ਰੇਲੀਆ ਬਸ ਇਹ ਨਹੀਂ ਗਵਾਉਣਾ ਚਾਹੁੰਦਾ। ਬਾਕੀ ਪੋਲੀਟੀਕਲ এনवायरमेंट ਆ, ਕੱਲ ਨੂੰ ਆਪੋਜੀਸ਼ਨ ਆ ਕੇ ਸਿਰਫ ਇਹ ਬੋਲੇਗੀ ਕਿ ਆਸਟ੍ਰੇਲੀਆ ਕਿਉਂ ਨਹੀਂ ਟਿਕੇ ਬੈਠਾ, ਕੋਵਿਡ ਦੇ ਵਿੱਚ ਤੁਸੀਂ ਬੰਦੇ ਬਾਹਰੋਂ ਬੁਲਾ ਲਏ ਜਾਂ ਸਾਨੂੰ ਬਾਹਰ ਜਾਣ ਦਿੱਤਾ, ਨਿਊਜ਼ੀਲੈਂਡ ਵੀ ਤਾਂ ਟਿਕ ਕੇ ਬੈਠਾ ਸੀ, ਉਹਨਾਂ ਨੇ ਕੋਈ ਨੁਕਸਾਨ ਨਹੀਂ ਕੀਤਾ। ਸੋ ਹਾਊ ਡੂ ਯੂ ਆਨਸਰ ਦਿਸ ਪੋਲੀਟੀਕਲੀ? ਸੋ ਇਹਦਾ ਪੋਲੀਟੀਕਲ ਆਨਸਰ ਦੇਣਾ ਮੁਸ਼ਕਲ ਹੈ। ਸੋ ਇਸ ਕਰਕੇ ਸਿਰਫ ਬਚਾਅ ਰੱਖਿਆ ਜਾ ਰਿਹਾ ਹੈ। ਔਰ ਆਸਟ੍ਰੇਲੀਆ ਆਪਾਂ ਸ਼ੁਰੂ ਤੋਂ ਹੀ ਵੇਖਿਆ, ਆਸਟ੍ਰੇਲੀਆ ਸਾਲ ਦੇ ਵਿੱਚ 2 ਤੋਂ 3 ਤਰੀਕਾਂ ਦਿੰਦਾ ਆ ਰਿਹਾ। ਸੋ ਜਦੋਂ ਤੋਂ ਪਹਿਲਾਂ ਲਾਕਡਾਊਨ ਹੋਇਆ ਉਦੋਂ ਤੋਂ ਅਸੀਂ ਵੇਖਿਆ ਕਿ ਇਸ ਫੈਬ ਚੱਲ ਜਾਣਗੇ, ਇਸ ਸੈਪਟੰਬਰ ਚੱਲ ਜਾਣਗੇ, ਅਗੇਨ ਦਸੰਬਰ ਚੱਲ ਜਾਣਗੇ, ਅਗੇਨ ਮਾਰਚ ਵਿੱਚ ਚੱਲ ਜਾਣਗੇ। ਸੋ ਇਹ ਕੰਟੀਨਿਊਸਲੀ ਹੈ। ਸੋ ਸਾਨੂੰ ਜਦ ਤੱਕ ਹੁਣ ਵੀ ਆਸਟ੍ਰੇਲੀਆ ਨੇ ਪਿੱਛੇ ਜੇ ਇੱਕ ਸਟੇਟਮੈਂਟ ਦਿੱਤੀ ਹੈ ਕਿ ਜਦ ਤੱਕ 70 ਤੋਂ 80% ਸਾਡੀ ਜਿਹੜੀ ਆਬਾਦੀ ਉਹਦੀ ਵੈਕਸੀਨੇਸ਼ਨ ਨਹੀਂ ਹੋ ਜਾਂਦੀ ਤੇ ਅਸੀਂ ਤਦ ਤੱਕ ਖੁੱਲਣ ਬਾਰੇ ਨਹੀਂ ਸੋਚ ਰਹੇ। ਇਹ ਇੱਕ ਬੋਲਡ ਸਟੇਟਮੈਂਟ ਸੀ ਜਿਹਨੂੰ ਕਿ ਦੂਸਰੇ ਐਂਗਲ ਤੋਂ ਵੇਖਿਆ ਗਿਆ ਕਿ ਅਲਟੀਮੇਟਲੀ ਇਹਨਾਂ ਨੇ ਨਾ ਜਿਹੜੀ ਖੁੱਲ ਕੇ ਕਹੀ ਹੈ। ਸੋ ਤੁਹਾਨੂੰ ਮੰਨਣਾ ਪਏਗਾ ਅਲਟੀਮੇਟਲੀ ਜਦ ਤੱਕ ਆਸਟ੍ਰੇਲੀਆ ਦਰਵਾਜ਼ਾ ਨਹੀਂ ਖੋਲਦਾ ਇਹ ਪੱਕੀ ਨਾ ਹੀ ਹੈ। ਸੋ ਔਰ ਜਦੋਂ ਹਾਂ ਕਰੇਗਾ ਔਰ ਹਾਂ ਉਦੋਂ ਮੰਨਾਂਗੇ ਜਦੋਂ ਵਾਕਿਆ ਜਿਹੜੇ ਸਟੂਡੈਂਟਸ ਆ ਉਹ ਫਲਾਈ ਕਰਨਗੇ। ਆਮ ਤੌਰ ਤੇ ਜਦੋਂ ਕੋਈ ਵੀ ਫਲਾਈਟਸ ਖੁੱਲਦੀਆਂ ਆਪਾਂ ਫਟਾਫਟ ਹੁੰਦਾ ਹੈ ਕਿ ਬੁਕਿੰਗ ਕਰਾ ਲਓ, ਚਲ ਜਾਓ, ਹਨਾ। ਹੁਣ ਦੁਬਾਰਾ ਅੰਮ੍ਰਿਤਸਰ 에ਅਰਪੋਰਟ ਤੋਂ ਵੀ ਫਲਾਈਟਸ ਸ਼ੁਰੂ ਹੋ ਗਈਆਂ ਤੇ ਜਹਾਜ਼ ਭਰੇ ਜਾ ਰਹੇ ਆ ਯਾਤਰੀਆਂ ਦੇ ਨਾਲ। ਕੀ ਕਹੋਗੇ? ਮੈਮ ਤੁਸੀਂ ਵੇਖੋਗੇ ਤਕਰੀਬਨ ਜਿੰਨਾ ਕੋਵਿਡ ਦਾ ਡਰ ਸੀਗਾ ਉਹ ਆਪਣੀ ਚਰਮ ਸੀਮਾ ਪਾਰ ਕਰ ਚੁੱਕਾ ਹੈ। ਤੁਸੀਂ ਸੋਚੋ ਤੁਹਾਡੇ ਇੰਡੀਵਿਜੂਅਲੀ ਜਿੰਨਾ ਤੁਸੀਂ ਡਰਨਾ ਸੀ ਤੁਹਾਨੂੰ ਲੱਗਦਾ ਕਿ ਮੈਂ ਡਰ ਲਿਆ, ਇਸ ਤੋਂ ਬਾਅਦ ਮੈਨੂੰ ਡਰਨ ਦੀ ਲੋੜ ਨਹੀਂ ਹੈਗੀ।
ਸੋ ਇਹ ਬਹੁਤ ਸਾਰੀਆਂ ਅਲੱਗ-ਅਲੱਗ ਜਿਹੜੀਆਂ ਇੰਟਰਨੈਸ਼ਨਲ ਕਮਿਊਨਿਟੀ ਦੀਆਂ ਕੁਝ ਚੀਜ਼ਾਂ ਨੇ ਜਿਹੜੀਆਂ ਆਮ ਬੰਦੇ ਦੀ ਸਮਝ ਤੋਂ ਬਾਹਰ ਨੇ। ਸੋ ਇਹ ਇੱਕ ਪਲਾਟ ਤਿਆਰ ਕੀਤਾ ਗਿਆ ਸਾਡੇ ਲਈ ਡਰ ਦਾ ਮਾਹੌਲ ਹਮੇਸ਼ਾ ਬਣਾ ਕੇ ਰੱਖਣ ਲਈ, ਮਤਲਬ ਇਹਨੂੰ ਕਿਉਂਕਿ ਪੋਲੀਟੀਕਲ ਪਾਰਟੀਆਂ ਨੂੰ ਕਾਫੀ ਸੂਟ ਕਰਦਾ ਆ। ਸੋ ਪਰ ਤੁਸੀਂ ਵੇਖੋਗੇ ਕਿ ਹੁਣ ਆਉਣ ਵਾਲਾ ਸਮਾਂ ਤਕਰੀਬਨ ਤੁਹਾਨੂੰ ਬਿਹਤਰੀ ਵਾਲਾ ਹੀ ਮਿਲੇਗਾ। ਹਰ ਦਿਨ ਤੁਸੀਂ ਨਵੀਆਂ ਚੀਜ਼ਾਂ ਓਪਨ ਹੁੰਦੀਆਂ ਵੇਖੋਗੇ, ਨਵੇਂ ਵੀਜ਼ਾਜ਼ ਓਪਨ ਹੁੰਦੇ ਵੇਖੋਗੇ, ਔਰ ਜਿੰਨੀਆਂ ਇੰਟਰਨੈਸ਼ਨਲ ਫਲਾਈਟਸ ਨੇ ਉਹਨਾਂ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ ਬਿਕੋਜ਼ ਉਹਨਾਂ ਦੇ ਇੰਨੀ ਕਿ ਜ਼ਿਆਦਾ ਮਤਲਬ ਐਕਸਪੈਂਸ਼ਨ ਸੀ ਕਿ ਉਹ ਬਿਲਕੁਲ ਹੀ ਵਿਚਾਰੇ ਹਾਸ਼ੀਏ ਤੇ ਆ ਚੁੱਕੇ ਨੇ। ਸੋ ਇਸ ਮੌਕਾ ਹੁਣ ਕੋਈ ਗਵਾਏਗਾ ਨਹੀਂ। ਸੋ ਇਹਤਿਆਤ ਜ਼ਰੂਰੀ ਆ। ਸੋ ਖਿਆਲ ਸਾਰੇ ਰੱਖ ਰਹੇ ਨੇ। ਸੋ ਸਾਡੀ ਲਾਈਫ ਸਟਾਈਲ ਦਾ ਹੁਣ ਹਿੱਸਾ ਆ ਕੋਵਿਡ। ਸਾਨੂੰ ਹੁਣ ਇੱਕ ਚੀਜ਼ ਸਾਡੀ ਕਮਿਊਨਿਟੀ ਦੇ ਵਿੱਚ ਨਹੀਂ ਸੀ ਹੈਗੀ, ਉਹਨੂੰ ਅਸੀਂ ਸਪੇਸ ਸੈਂਸ ਕਹਿੰਦੇ ਸੀ। ਸੋ ਵੀ ਹੈਵ ਐਕਚੁਅਲੀ ਗਰੋਨ ਔਨ ਸਪੇਸ ਸੈਂਸ। ਸਾਨੂੰ ਸਪੇਸ ਸੈਂਸ ਦੀ ਵੀ ਸੈਂਸ ਆ ਗਈ ਹੈ। ਸੋ ਇਹ ਸਾਡੀ ਜ਼ਿੰਦਗੀ ਦਾ ਹਿੱਸਾ ਰਹਿਣ ਵਾਲਾ ਆ ਔਰ ਫਲਾਈਟਾਂ ਇਸ ਤੋਂ ਵੀ ਬਿਹਤਰ ਔਰ ਤੁਸੀਂ ਹੋਰ ਹੋਣਗੀਆਂ। ਤੁਸੀਂ ਵੇਖੋਗੇ ਜਲੰਧਰ 에ਅਰਪੋਰਟ ਤੋਂ ਵੀ ਫਲਾਈਟਾਂ ਬਹੁਤ ਜਲਦੀ ਤੁਹਾਨੂੰ ਕਨੈਕਸ਼ਨਸ ਮਿਲਣਗੇ, ਚੰਡੀਗੜ੍ਹ ਤੋਂ ਵੀ ਤੁਹਾਨੂੰ ਕਨੈਕਸ਼ਨ ਮਿਲਣਗੇ, ਅੰਮ੍ਰਿਤਸਰ ਤੋਂ ਦੇ ਜਿਹੜਾ ਇੰਟਰਨੈਸ਼ਨਲ ਫਲਾਈਟਾਂ ਸ਼ੁਰੂ ਹੋ ਗਈਆਂ ਉਹਨਾਂ ਦੀ ਤਾਦਾਦ ਵੀ ਕਾਫੀ ਵਧਣ ਵਾਲੀ ਹੈ। ਕੈਨੇਡਾ ਦੇ ਵਿੱਚ ਜਾਣ ਦੇ ਚਾਹਵਾਨ ਸਾਰੇ ਪੰਜਾਬੀ ਰਹਿੰਦੇ ਆ, US ਜਾਣ ਦੇ ਵੀ ਸਾਰੇ ਪੰਜਾਬੀ ਚਾਹਵਾਨ ਰਹਿੰਦੇ ਆ, ਪਰ ਜਦੋਂ ਦੇ ਵੀਜ਼ਾ ਰੁਕੇ ਸੀ, ਕਰੋਨਾ ਆਇਆ ਸੀ, ਹੁਣ ਕੋਈ ਨਾ ਕੋਈ ਤੁਹਾਨੂੰ ਖਬਰ ਪੜਨ ਨੂੰ ਮਿਲ ਜਾਂਦੀ ਹੈ ਕਿ ਕਾਮਿਆਂ ਦੀ ਘਾਟ ਹੋ ਗਈ। ਅਲਟੀਮੇਟਲੀ ਦੇਖੋ ਜਦੋਂ ਤੁਸੀਂ ਭੱਜੋਗੇ, ਰੇਸ ਲਾਓਗੇ, ਕੰਪੀਟ ਕਰੋਗੇ, ਇਕਨੋਮੀਜ਼ ਨੂੰ ਗਰੋ ਕਰਨਗੇ, ਅਲਟੀਮੇਟਲੀ ਜਦੋਂ ਤੁਸੀਂ ਰੋਟੀ ਖਾਣ ਵਾਲੇ ਪਾਸੇ ਨੂੰ ਜਾਓਗੇ, ਰੋਟੀ ਕਮਾਉਣ ਦੀਆਂ ਚੀਜ਼ਾਂ ਸੋਚੋਗੇ, ਤੇ ਜਿਹੜੇ ਪੁਰਾਣੇ ਕਾਰੋਬਾਰ ਚੱਲਦੇ ਸੀ ਉਹਨਾਂ ਨੇ ਉਸੇ ਤਰੀਕੇ ਨਾਲ ਹੀ ਦੁਬਾਰਾ ਮੁੜ ਕੇ ਆਉਣਾ ਆ। ਸੋ ਅਗਰ ਐਮਬੈਸੀਜ਼ ਨੇ ਵੀਜ਼ਾਸ ਦੀ ਤਾਦਾਦ ਵਧਾਈ ਆ, ਇਹਦਾ ਮਤਲਬ ਵੀ ਇਹੀ ਹੈ ਕਿ ਜਿਹੜੇ ਪੁਰਾਣੀਆਂ ਚੀਜ਼ਾਂ ਬਿਲਕੁਲ ਰੁਕ ਗਈਆਂ ਸੀ ਉਹਨਾਂ ਨੂੰ ਮੁੜ ਲੀ ਤੇ ਲੈ ਕੇ ਆਂਦਾ ਜਾਵੇ। ਸੋ ਇਸੇ ਤਰੀਕੇ ਨਾਲ ਇੰਟਰਨੈਸ਼ਨਲ ਜਿਹੜੇ ਫੋਰਨ ਵਰਕਰਸ ਨੇ, ਇਹ ਪੂਰੀ ਦੁਨੀਆ ਦੇ ਵਿੱਚ ਇਹਨਾਂ ਦੀ ਸ਼ਾਰਟੇਜ ਆ। ਸੋ ਹਰ ਸਮਾਜ ਦੇ ਵਿੱਚ ਕੁਝ ਸਪੈਸ਼ਲਿਸਟ ਲੋਕਾਂ ਦੀ ਘਾਟ ਰਹਿੰਦੀ ਹੈ ਜਿਹੜੇ ਕਿ ਵਿਦੇਸ਼ੀ ਧਰਤੀਆਂ ਤੋਂ ਆ ਕੇ ਹੀ ਪੂਰੀ ਹੁੰਦੀ ਹੈ। ਔਰ ਯੈਸ, ਜਿੱਦਾਂ ਜਿੱਦਾਂ ਤੁਸੀਂ ਇਕਨੋਮੀਜ਼ ਖੁੱਲਣਗੀਆਂ, ਜਿੱਦਾਂ ਜਿੱਦਾਂ ਮੁਲਕ ਖੁੱਲਣਗੇ, ਉਦਾਂ ਇਹ ਘਾਟਾਂ ਦੁਬਾਰਾ ਪੂਰੀਆਂ ਕਰਨ ਨੂੰ ਤੁਹਾਨੂੰ ਫਿਰ ਉਸੇ ਤਰੀਕੇ ਨਾਲ ਡਿਮਾਂਡਸ ਫਿਰ ਦਿਸਣਗੀਆਂ। ਜੀ ਬਹੁਤ ਸ਼ੁਕਰੀਆ ਅਰਵਿੰਦਰਪਾਲ ਸਿੰਘ ਜੀ ਸਾਰੇ ਸਵਾਲਾਂ ਦਾ ਜਵਾਬ ਦੇਣ ਦੇ ਲਈ। ਪੰਜਾਬ ਅਬਰੋਡ ਪ੍ਰੋਗਰਾਮ ਬਰੁਨ ਕੌਰ ਮਾਨ ਇੱਥੇ ਖਤਮ ਕਰਦੀ ਹੈ। ਸਾਡਾ YouTube ਚੈਨਲ ਪੰਜਾਬ ਮੇਲ USA TV ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ।